ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲੱਖੀ ਅਨਪਲੱਗ ਦੀ ਸੀਰੀਜ਼ ਹਿੱਟ ਲਿਸਟ ਦੇ ਤਹਿਤ ਹੀ ਅੱਜ ਦੀ ਇਸ ਵੀਡੀਓ ਰਿਪੋਰਟ ਨੂੰ ਮੈਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਹਾਂ। ਉਸੇ ਲੜੀ ਦਾ ਹਿੱਸਾ ਹੈ। ਅੱਜ ਦੀ ਇਸ ਰਿਪੋਰਟ ਵਿੱਚ ਗੱਲ ਹੋਏਗੀ ਇੱਕ ਅਜਿਹੀ ਵਾਰਦਾਤ ਦੀ ਜੋ ਕਿ ਪੰਜਾਬ ਦਾ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਸੀ ਕਈ ਪੱਖੋਂ। ਸਿਰਫ ਅਪਰਾਧਿਕ ਵਾਰਦਾਤ ਪੱਖੋਂ ਹੀ ਨਹੀਂ, ਇੱਕ ਨਵੇਂ ਟ੍ਰੈਂਡ ਦੀਆਂ ਕਿਲਿੰਗਸ ਸ਼ੁਰੂ ਕਰਨ ਪੱਖੋਂ ਹੀ ਨਹੀਂ, ਸਗੋਂ ਪੰਜਾਬ ਦੇ ਸਿਆਸੀ ਹਾਲਾਤ ਨੂੰ ਬਦਲ ਕੇ ਰੱਖ ਦੇਣ ਵਾਲੀ ਇਸ ਘਟਨਾ ਦਾ ਸੱਚ ਕੀ ਸੀ, ਉਸ ਉੱਤੇ ਸੰਸਾ ਅਜੇ ਵੀ ਬਰਕਰਾਰ ਹੈ। ਅੱਜ ਮੈਂ ਗੱਲ ਕਰਾਂਗਾ ਢਿਲਵਾਂ ਬੱਸ ਹਾਦਸੇ ਦੀ, ਉਸ ਮੈਸੇਕਰ ਦੀ, ਉਸ ਕਤਲੇਆਮ ਦੀ ਜੋ ਕਿ ਕਪੂਰਥਲੇ ਜ਼ਿਲ੍ਹੇ ਦੇ ਢਿਲਵਾਂ ਇਲਾਕੇ ਦੇ ਵਿੱਚ ਹੁੰਦਾ ਹੈ ਅਕਤੂਬਰ 6, 1983 ਨੂੰ। ਇਸ ਘਟਨਾ ਤੋਂ ਤੁਰੰਤ ਬਾਅਦ ਤਤਕਾਲ ਤੌਰ ਤੇ ਪੰਜਾਬ ਦੀ ਦਰਬਾਰਾ ਸਿੰਘ ਦੀ ਸਰਕਾਰ ਨੂੰ ਕੇਂਦਰ ਦੇ ਵਿੱਚ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਬਰਖਾਸਤ ਕਰਤਾ ਗਿਆ। ਇਹ ਤੁਸੀਂ ਖੁਦ ਅੰਦਾਜ਼ਾ ਸਹਿਜੇ ਲਗਾ ਸਕਦੇ ਹੋ ਵੀ ਇਸ ਘਟਨਾ ਦੇ ਨਾਲ ਕਿੱਡੀ ਜ਼ਿਆਦਾ ਮਹੱਤਵਤਾ ਜਾਂ ਇੰਪੋਰਟੈਂਸ ਜੋੜ ਕੇ ਕੇਂਦਰ ਸਰਕਾਰ ਨੇ ਇਸ ਨੂੰ ਇੱਕ ਆਧਾਰ ਬਣਾਇਆ ਦਰਬਾਰਾ ਸਿੰਘ ਦੀ ਸਰਕਾਰ ਨੂੰ ਗਿਰਨ ਦਾ, ਡਿੱਗਣ ਦਾ। ਦਰਬਾਰਾ ਸਿੰਘ ਵੀ ਕਾਂਗਰਸ ਦੇ ਹੀ ਮੁੱਖ ਮੰਤਰੀ ਸਨ, ਇੰਦਰਾ ਗਾਂਧੀ ਨੇ ਹੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਸੀ, ਲੇਕਿਨ 1983 ਦੇ ਵਿੱਚ ਇੰਦਰਾ ਗਾਂਧੀ ਨੇ ਆਪਣੀ ਹੀ ਸਰਕਾਰ ਪੰਜਾਬ ਦੇ ਵਿੱਚ ਉਸ ਨੂੰ ਡਿਸਮਿਸ ਕਰਕੇ ਰਾਸ਼ਟਰਪਤੀ ਸ਼ਾਸਨ, ਪ੍ਰੈਜ਼ੀਡੈਂਟਸ ਰੂਲ ਜਿਹੜਾ ਸੀ ਉਸ ਨੂੰ ਲਾਗੂ ਕਰਨ ਦੀ ਸਿਫਾਰਿਸ਼ ਕਰਤੀ। ਸੋ ਕੀ ਸੀ ਢਿਲਵਾਂ ਕਾਂਡ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਢਿਲਵਾਂ ਕਾਂਡ ਕਿਉਂਕਿ ਇਸ ਦੇ ਨਾਲ ਬਹੁਤ ਜੁੜੀਆਂ ਹੋਈਆਂ ਥਿਊਰੀਜ਼ ਹੈਗੀਆਂ ਨੇ। ਇੱਕ ਤੁਹਾਨੂੰ ਦੱਸ ਦਈਏ ਵੀ ਕੋਈ ਵੀ ਜਾਂਚ, ਕੋਈ ਵੀ ਪੜਤਾਲ ਜਿਹੜੀ ਕਿ ਇਸ ਢਿਲਵਾਂ ਕਾਂਡ, ਢਿਲਵਾਂ ਬੱਸ ਤਰਾਸਦੀ ਦੇ ਨਾਲ ਜੁੜੀ ਹੋਈ ਕਿਸੇ ਵੀ ਸਿੱਟੇ ਤੇ ਅੱਜ ਤੱਕ ਨਹੀਂ ਪਹੁੰਚ ਪਾਈ, ਨਾ ਹੀ ਉਸ ਨੂੰ ਉਨੀ ਗੰਭੀਰਤਾ ਦੇ ਨਾਲ ਫੋਲੋਅਪ ਕੀਤਾ ਗਿਆ। ਇਹੀ ਕਾਰਨ ਵੀ ਰਿਹਾ ਵੀ ਬਹੁਤ ਸੇ ਲੋਕਾਂ ਨੇ, ਇੱਕ ਬਹੁਤ ਵੱਡੇ ਤਬਕੇ ਨੇ ਸ਼ੱਕ ਤੇ ਸੰਸਾ ਜ਼ਾਹਰ ਕੀਤਾ ਕਿ ਆਖਰ ਇਹ ਕਾਰਾ, ਇਹ ਅੱਤਵਾਦੀ ਵਾਰਦਾਤ ਕਿਸ ਵੱਲੋਂ ਕਰਾਈ ਗਈ। ਕੀ ਇੱਕ ਏਜੰਸੀਆਂ ਦਾ ਕੰਮ ਸੀ, ਪਾਕਿਸਤਾਨ ਜਾਂ ਭਾਰਤ ਦੀਆਂ ਖੁਫੀਆ ਏਜੰਸੀਆਂ, ਉਹ ਏਜੰਸੀਆਂ ਜੋ ਕਿ ਇਸ ਤਰੀਕੇ ਦੀਆਂ ਗੜਬੜਾਂ ਕਰਵਾ ਸਕਦੀਆਂ ਨੇ ਸਿਆਸੀ ਹਾਲਾਤ ਨੂੰ ਵਿਗਾੜਨ ਲਈ ਜਾਂ ਸਿਆਸੀ ਕਾਰਨ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਨੂੰ, ਤਾਂ ਕਿ ਪੰਜਾਬ ਦੇ ਵਿੱਚ ਦਰਬਾਰਾ ਸਿੰਘ ਮਿਨਿਸਟਰੀ ਭੰਗ ਹੋ ਜਾਏ। ਕੀ ਉਹਨਾਂ ਦਾ ਕਾਰਾ ਹੋ ਸਕਦਾ ਹੈ ਜਾਂ ਫਿਰ ਇਹ ਵਾਕਈ ਹੀ ਦਹਿਸ਼ਤਗਰਦਾਂ ਦੀ ਇੱਕ ਦਹਿਸ਼ਤਗਰਦੀ ਜਥੇਬੰਦੀ ਦੀ ਕਾਰਵਾਈ ਸੀ ਜਿਸ ਵਿੱਚ ਕਿ ਇੱਕ ਫਿਰਕੇ ਵਿਸ਼ੇਸ਼ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪੰਜਾਬ ਦਾ ਮਾਹੌਲ, ਪੰਜਾਬ ਦਾ ਫਿਰਕੂ ਭਾਈਚਾਰਾ, ਉਸ ਨੂੰ ਖਰਾਬ ਕਰਨ ਦੇ ਮਨੋਰਥ ਦੇ ਨਾਲ, ਹਾਲਾਤ ਨੂੰ ਵਿਗਾੜਨ ਦੇ ਮਨੋਰਥ ਦੇ ਨਾਲ, ਉਹ ਹਾਲਾਤ ਜੋ ਕਿ ਪਹਿਲਾਂ ਹੀ ਹਿੰਸਾ ਦੇ ਇੱਕ ਲੰਮੇ ਚੌੜੇ ਦੌਰ ਵਿੱਚੋਂ ਗੁਜ਼ਰ ਰਹੇ ਸਨ। ਲਾਲਾ ਜਗਤ ਨਾਰਾਇਣ ਵਰਗੇ ਲੋਕਾਂ ਨੂੰ ਮਾਰਿਆ ਜਾ ਚੁੱਕਿਆ ਸੀ, ਬਾਬਾ ਗੁਰਬਚਨ ਸਿੰਘ ਨਿਰੰਕਾਰੀ ਮੁਖੀ ਨੂੰ ਮਾਰਿਆ ਜਾ ਚੁੱਕਾ ਸੀ, ਉਸ ਤੋਂ ਬਾਅਦ ਵੀ ਸਿਲਸਿਲਾ ਜਾਰੀ ਸੀ। ਲੇਕਿਨ ਇਹ ਪਹਿਲਾ ਵਾਹਦ ਮੌਕਾ ਸੀ ਜਦੋਂ ਕਿ ਬੱਸ ਦੇ ਵਿੱਚੋਂ ਉਤਾਰ ਕੇ ਇੱਕ ਫਿਰਕੇ ਵਿਸ਼ੇਸ਼ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਲਾਈਨ ਵਿੱਚ ਖੜਾ ਕਰਕੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਸੋ ਇੱਕ ਬਹੁਤ ਵੱਡੀ ਪਹੇਲੀ ਤੇ ਇੱਕ ਗੁੱਥੀ ਹੈ ਇਸ ਕੇਸ ਦੀ। ਕਾਫੀ ਹੱਦ ਤੱਕ ਬੀਤੇ ਕਈ ਦਹਾਕਿਆਂ ਦੇ ਵਿੱਚ ਐਸੀ ਕਈ ਗੱਲਾਂ ਬਾਤਾਂ ਆਈਆਂ ਨੇ, ਕਈ ਲੋਕਾਂ ਨੇ ਖੁਲਾਸੇ ਕੀਤੇ ਨੇ, ਲੇਕਿਨ ਹਜੇ ਵੀ ਕਨਕਲੂਸਿਵਲੀ ਇਹ ਨਹੀਂ ਦੱਸਿਆ ਜਾ ਸਕਦਾ ਵੀ ਇਹ ਵਾਰਦਾਤ ਕਿਸ ਨੇ ਅੰਜਾਮ ਦਿੱਤੀ ਤੇ ਕਿਸ ਮਨੋਰਥ ਦੇ ਨਾਲ ਅੰਜਾਮ ਦਿੱਤੀ, ਕਿਉਂਕਿ ਇਸ ਬਾਰੇ ਸਿਰਫ ਆਪਾਂ ਲੋਕ ਕਿਆਸ, ਆਪਾਂ ਲੋਕ ਇੱਕ ਅੰਦਾਜ਼ਾ ਲਗਾ ਸਕਦੇ, ਲੇਕਿਨ ਫਿਰ ਵੀ ਆਪਾਂ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਤਹਿ ਤੱਕ। ਬਾਕੀ ਸਾਡੇ ਲੋਕ, ਸਾਡੇ ਜਿਹੜੇ ਸਰੋਤੇ ਹੈਗੇ ਨੇ ਜ਼ਿਆਦਾ ਸਮਝਦਾਰ ਨੇ, ਉਹ ਵੀ ਗੱਲਾਂ ਬਾਤਾਂ ਨੂੰ ਬਹੁਤ ਨੇੜਤਾ ਤੋਂ ਵੇਖਦੇ, ਘੋਖਦੇ, ਪਰਖਦੇ ਨੇ ਤੇ ਬਹੁਤਿਆਂ ਨੇ ਇਸ ਕਾਂਡ ਦੇ ਬਾਰੇ ਜਾਣਕਾਰੀ ਲਈ ਵੀ ਹੋਏਗੀ, ਉਸ ਚੀਜ਼ ਨੂੰ ਜਾਣਦੇ ਵੀ ਹੈਗੇ ਨੇ। ਸੋ ਇਸ ਪੂਰੀ ਘਟਨਾ ਬਾਰੇ ਥੋੜ੍ਹਾ ਜਿਹਾ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗਾ। ਉਹ ਜਾਣਕਾਰੀ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਜੋ ਕਿ ਬੇਸਿਕਲੀ ਆਫੀਸ਼ੀਅਲ ਜਾਣਕਾਰੀ ਸੀ। 6 ਅਕਤੂਬਰ 1983 ਨੂੰ ਆਖਿਰ ਹੋਇਆ ਕੀ ਸੀ, ਇਹ ਵਾਰਦਾਤ ਕਿਵੇਂ ਅੰਜਾਮ ਦਿੱਤੀ ਗਈ ਸੀ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅੰਮ੍ਰਿਤਸਰ ਤੋਂ ਦਿੱਲੀ ਇੱਕ ਬੱਸ ਤੁਰਦੀ ਹੈ ਜਿਸ ਦਾ ਨੰਬਰ ਹੁੰਦਾ PNZ 197। ਸੋ ਇਹ ਬੱਸ ਤਕਰੀਬਨ 28 ਜਿਹੜੇ ਸਵਾਰੀਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੁੰਦੀ ਹੈ। ਸ਼ਾਮ ਨੂੰ ਇਹ ਬੱਸ ਰਵਾਨਾ ਹੁੰਦੀ ਦੱਸੀ ਜਾਂਦੀ ਹੈ ਤੇ ਸਮਝਿਆ ਜਾਂਦਾ ਵੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਬੱਸਾਂ ਦੀ ਰਫ਼ਤਾਰ ਤੇ ਸੜਕਾਂ ਦਾ ਜੋ ਹਿਸਾਬ ਕਿਤਾਬ ਸੀ ਉਹ ਉਨੀਆਂ ਰਫ਼ਤਾਰਾਂ ਨਹੀਂ ਸਨ। ਸੋ ਇਹ ਸਮਝਿਆ ਜਾ ਰਿਹਾ ਸੀ ਵੀ ਤੜਕੇ ਇਹ ਬੱਸ ਜਿਹੜੀ ਸਵਾਰੀਆਂ ਹੈ ਉਹਨਾਂ ਨੂੰ ਦਿੱਲੀ ਵਿੱਚ ਉਤਾਰ ਦੇਗੀ। ਲੇਕਿਨ ਇਹ ਬੱਸ ਜਦੋਂ ਜੰਡਿਆਲਾ ਦੇ ਨੇੜੇ ਪਹੁੰਚਦੀ ਹੈ ਉਸ ਵਕਤ ਇਸ ਬੱਸ ਦੇ ਵਿੱਚ ਸਵਾਰ ਤਕਰੀਬਨ 4 ਤੋਂ 5 ਲੋਕ, ਹੁਣ ਇੱਕ ਅਕਾਊਂਟ 4 ਕਿਉਂਕਿ ਉਹ ਲੋਕਾਂ ਦੇ ਮੈਂ ਤੁਹਾਨੂੰ ਨਾਂ ਦੱਸਾਂਗਾ ਜਿਹੜੇ ਉਹ 4 ਲੋਕ ਇੱਕ ਅੰਦਾਜ਼ ਦੇ ਮੁਤਾਬਕ ਉਸ ਬੱਸ ਦੇ ਵਿੱਚ ਸਨ, ਤੇ ਉਹ 5ਵਾਂ ਨਾਂ ਵੀ ਮੈਂ ਦੱਸਾਂਗਾ ਕਿਉਂਕਿ ਇਸ ਦੇ ਵਿੱਚ ਵੀ ਥੋੜ੍ਹਾ ਜਿਹਾ ਮਤਭੇਦ ਹੈ। ਸੋ 4 ਜਾਂ 5 ਲੋਕ ਆਉਂਦੇ ਹੈਗੇ ਨੇ ਜਿਨ੍ਹਾਂ ਵਿੱਚੋਂ 2 ਲੋਕ ਇਹ ਸਾਰੀ ਬੱਸ ਦੇ ਵਿੱਚ ਹੀ ਸਵਾਰ ਹੁੰਦੇ ਨੇ, ਅੰਮ੍ਰਿਤਸਰ ਤੋਂ ਹੀ ਸਵਾਰ ਹੁੰਦੇ ਨੇ। 2 ਲੋਕ ਡਰਾਈਵਰ ਕੋਲ ਪਹੁੰਚਦੇ ਨੇ ਤੇ ਬੰਦੂਕ ਦੀ ਨੋਕ ਉੱਤੇ ਉਸ ਬੱਸ ਨੂੰ ਜੰਡਿਆਲਾ ਤੋਂ ਦਿੱਲੀ ਦੇ ਰੂਟ ਦੇ ਉੱਤੇ, ਗ੍ਰੈਂਡ ਟਰੰਕ ਰੋਡ ਉੱਤੇ ਖੱਬੇ ਪਾਸੇ ਢਿਲਵਾਂ ਵਾਲੇ ਪਾਸੇ ਮੋੜ ਲਿਆ ਜਾਂਦਾ ਹੈ। ਉਸ ਤੋਂ ਬਾਅਦ ਇਹ ਬੱਸ ਤਕਰੀਬਨ
ਪਿੰਡਾਂ ਦੇ ਵਿੱਚੋਂ ਹੋ ਕੇ 6 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਆ, ਜਿਸ ਤੋਂ ਬਾਅਦ ਜਾ ਕੇ ਇਸ ਬੱਸ ਨੂੰ ਰੋਕ ਲਿਆ ਜਾਂਦਾ ਹੈ। ਹਥਿਆਰਬੰਦ ਲੋਕ ਹੁੰਦੇ ਨੇ, ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੁੰਦਾ ਹੈ, ਲੇਕਿਨ ਉਸ ਤੋਂ ਬਾਅਦ ਬੱਸ ਰੁਕਣ ਤੋਂ ਬਾਅਦ ਸਾਰੇ ਲੋਕਾਂ ਨੂੰ ਥੱਲੇ ਉਤਾਰਿਆ ਜਾਂਦਾ ਹੈ। ਉਹਨਾਂ ਤੋਂ ਉਹਨਾਂ ਦੇ ਧਰਮ ਬਾਰੇ ਪੁੱਛਿਆ ਜਾਂਦਾ ਹੈ, ਉਹਨਾਂ ਦੇ ਸ਼ਨਾਖਤੀ ਕਾਰਡ ਜਿਨ੍ਹਾਂ ਕੋਲ ਹੁੰਦੇ ਨੇ ਉਹ ਚੈੱਕ ਕੀਤੇ ਜਾਂਦੇ ਨੇ। ਉਹ ਸਾਰੀਆਂ ਗੱਲਾਂ ਬਾਤਾਂ ਤੋਂ ਬਾਅਦ ਇਹ ਦੱਸਤਾ ਜਾਂਦਾ ਹੈ ਬੱਸ ਦੇ ਜਿੰਨੇ ਵੀ ਮੁਸਾਫਰ ਹੁੰਦੇ ਨੇ ਵੀ ਹੋਰ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਅਸੀਂ ਇੱਥੇ ਸਿਰਫ ਹਿੰਦੂਆਂ ਨੂੰ ਮਾਰਨ ਆਏ ਹਾਂ। ਤਕਰੀਬਨ ਐਸੇ 9 ਲੋਕ ਬੱਸ ਦੇ ਵਿੱਚ ਹੁੰਦੇ ਨੇ ਜੋ ਹਿੰਦੂ ਹੁੰਦੇ ਨੇ, ਹਿੰਦੂ ਪਾਏ ਜਾਂਦੇ ਨੇ, ਕਿਉਂਕਿ ਇਹਨਾਂ ਤੋਂ ਇਲਾਵਾ ਸਿੱਖ ਹੁੰਦੇ ਨੇ, ਈਸਾਈ ਤੇ ਇਵਨ ਮੁਸਲਿਮ ਭਾਈਚਾਰੇ ਦੇ ਲੋਕ ਵੀ ਬੱਸ ਵਿੱਚ ਦੱਸੇ ਜਾਂਦੇ ਨੇ। ਤੋ ਇਹ 7 ਲੋਕਾਂ ਵਿੱਚੋਂ 6 ਲੋਕਾਂ ਨੂੰ ਲਾਈਨ ਦੇ ਵਿੱਚ ਖੜਾ ਕੀਤਾ ਜਾਂਦਾ ਹੈ, ਬੱਸ ਤੋਂ ਉਤਾਰ ਕੇ ਇਹਨਾਂ ਨੂੰ ਅਲੱਗ ਲਿਜਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਗੋਲੀਆਂ ਤਾਬੜਤੋੜ ਚਲਾ ਕੇ ਇਹਨਾਂ ਦੀ ਉੱਥੇ ਹੱਤਿਆ ਕਰਤੀ ਜਾਂਦੀ ਹੈ। ਸੋ ਗੋਲੀਆਂ ਦੀ ਆਵਾਜ਼ ਜਿਹੜੇ ਬੱਸ ਦੇ ਵਿੱਚ ਲੋਕ ਹੋਰ ਬੈਠੇ ਹੁੰਦੇ ਨੇ ਉਹਨਾਂ ਨੂੰ ਸੁਣਾਈ ਦਿੰਦੀਆਂ ਨੇ। ਉਹ ਸਮਝ ਚੁੱਕੇ ਹੁੰਦੇ ਨੇ ਕਿਉਂਕਿ ਕੁਝ ਡਿਸਟੈਂਸ ਹੁੰਦਾ ਜਿੱਥੇ ਬੱਸ ਨੂੰ ਰੋਕਿਆ ਗਿਆ ਹੁੰਦਾ ਤੇ ਜਿੱਥੇ ਲੋਕਾਂ ਨੂੰ ਲਿਜਾ ਕੇ ਲਾਈਨ ਅਪ ਕੀਤਾ ਗਿਆ ਹੁੰਦਾ ਹੈ, ਇਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਹੁੰਦੀਆਂ ਨੇ। ਇੱਕ 7ਵਾਂ ਹੋਰ ਆਦਮੀ ਹੁੰਦਾ ਹੈ ਜੋ ਕਿ ਕੋਸ਼ਿਸ਼ ਕਰਦਾ ਸ਼ਾਇਦ ਥੋੜਾ ਭੱਜਣ ਦੀ, ਉਸ ਦੇ ਗਲੇ ਦੇ ਵਿੱਚ ਇੱਕ ਖੰਜਰ ਦੇ ਨਾਲ ਜਿਹੜਾ ਵਾਰ ਕੀਤਾ ਜਾਂਦਾ, ਇੱਕ ਚਾਕੂ ਨੁਮਾ ਚੀਜ਼ ਹੁੰਦੀ ਹੈ ਜਿਸ ਦੇ ਜ਼ਰੀਏ ਕਿ ਉਸ ਦੇ ਗਲੇ ਤੇ ਵਾਰ ਕਰਕੇ ਉਸ ਨੂੰ ਵੀ ਮਰਿਆ ਸਮਝਿਆ ਜਾਂਦਾ ਹੈ। ਉਸ ਤੋਂ ਬਾਅਦ ਇਹ ਲੋਕ ਬੱਸ ਦੇ ਵਿੱਚ ਸਵਾਰ ਹੁੰਦੇ ਨੇ। 2 ਜਿਹੜੇ ਹੋਰ ਲੋਕ ਹੁੰਦੇ ਨੇ ਜਿਸ ਵਿੱਚ ਕਿ ਇੱਕ ਲੜਕਾ ਹੁੰਦਾ ਹੈ ਵਿਜੇ, ਜਿਸ ਦੀ ਉਮਰ ਤਕਰੀਬਨ 20-22 ਸਾਲ ਦੱਸੀ ਜਾਂਦੀ ਹੈ ਤੇ ਉਸ ਦੇ ਨਾਲ ਉਸ ਦੀ ਮਾਤਾ ਹੁੰਦੀ ਹੈ ਕੌਸ਼ਲਿਆ ਰਾਣੀ। ਇਹ ਵੀ ਹਿੰਦੂ ਹੁੰਦੇ ਨੇ, ਲੇਕਿਨ ਜਦੋਂ ਵਿਜੇ ਨੂੰ ਲਿਜਾਣ ਲੱਗਦੇ ਨੇ ਹੈਗੇ ਨੇ ਤਾਂ ਕੌਸ਼ਲਿਆ ਜਿਹੜੀ ਰਾਣੀ ਹੁੰਦੀ ਹੈ, ਮਹਿਲਾ ਹੁੰਦੀ ਹੈ, ਉਸ ਵੱਲੋਂ ਇਹ ਜਿਹੜੇ ਹਮਲਾਵਰ ਹੁੰਦੇ ਨੇ, ਅੱਤਵਾਦੀ ਹੁੰਦੇ ਨੇ, ਇਹਨਾਂ ਨੂੰ ਦਰਖਾਸਤ ਕੀਤੀ ਜਾਂਦੀ ਹੈ ਵੀ ਮੇਰੇ ਕੋਲ ਸਿਰਫ ਇੱਕ ਹੀ ਮੁੰਡਾ, ਤੁਸੀਂ ਇਹਨਾਂ ਨੂੰ ਨਾ ਪਰੇਸ਼ਾਨ ਕਰੋ ਜਾਂ ਇਹਨਾਂ ਨੂੰ ਨਾ ਮਾਰਨਾ। ਇਸ ਤੋਂ ਬਾਅਦ ਉਹਨਾਂ ਵਿੱਚੋਂ ਜਿਹੜੇ 4 ਜਾਂ 5 ਲੋਕ ਹੁੰਦੇ ਨੇ ਉਹਨਾਂ ਵਿੱਚੋਂ ਇੱਕ ਜਿਹੜਾ ਸ਼ਖਸ ਹੁੰਦਾ ਉਸ ਦੇ ਵੱਲੋਂ ਉਸ ਮਹਿਲਾ ਨੂੰ ਭੈਣ ਕਹਿ ਕੇ ਸੰਬੋਧਨ ਕੀਤਾ ਜਾਂਦਾ ਤੇ ਕਿਹਾ ਜਾਂਦਾ ਵੀ ਤੂੰ ਚਿੰਤਾ ਨਾ ਕਰ, ਇਸ ਨੂੰ ਅਸੀਂ ਕੁਝ ਨਹੀਂ ਕਹਾਂਗੇ। ਇਹ ਦੱਸਿਆ ਜਾਂਦਾ ਵੀ ਤਕਰੀਬਨ 4 ਵਾਰ ਜਿਹੜੇ ਹਮਲਾਵਰ ਦਹਿਸ਼ਤਗਰਦ ਹੁੰਦੇ ਨੇ ਉਹ ਵਿਜੇ ਨੂੰ ਬੱਸ 'ਚੋਂ ਉਤਾਰਦੇ ਨੇ, ਮਾਰਨ ਦੇ ਪੱਖੋਂ ਉਹਨੂੰ ਵੀ ਉਹਨਾਂ 6 ਲੋਕਾਂ ਦੇ ਨਾਲ ਲਾਈਨ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਲੇਕਿਨ ਹਰ ਵਾਰ ਇੱਕ ਹਮਲਾਵਰ ਜਿਹੜਾ ਹੁੰਦਾ ਉਹ, ਕਿਉਂਕਿ ਉਸਨੇ ਉਸ ਮਹਿਲਾ ਕੌਸ਼ਲਿਆ ਰਾਣੀ ਨੂੰ ਭੈਣ ਕਹਿਤਾ ਹੁੰਦਾ ਹੈ ਤੇ ਉਸਨੇ ਉਸਨੂੰ ਇੱਕ ਵਾਅਦਾ ਦੇ ਦਿੱਤਾ ਹੁੰਦਾ ਹੈ, ਉਹ ਉਸਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦਾ ਹੈ ਤੇ 4 ਵਾਰ 3 ਵਾਰ ਬੱਸ ਵਿੱਚੋਂ ਲਾਉਣ ਤੋਂ ਬਾਅਦ ਚੌਥੀ ਵਾਰ ਵੀ ਉਹ ਉਸ ਲੜਕੇ ਨੂੰ ਉਸ ਲਾਈਨ ਵਿੱਚ ਸ਼ਾਮਲ ਨਹੀਂ ਹੁੰਦਾ ਤੇ ਕੌਸ਼ਲਿਆ ਤੇ ਵਿਜੇ ਜਿਹੜੇ ਹੈਗੇ ਨੇ ਉਹਨਾਂ ਨੂੰ ਬੱਸ ਦੇ ਵਿੱਚ ਹੀ ਛੱਡ ਕੇ ਹਮਲਾਵਰ ਜਿਹੜੇ ਇਹ ਲੋਕਾਂ ਨੂੰ ਲੈ ਜਾਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਗੋਲੀਆਂ ਮਾਰਤੀਆਂ ਜਾਂਦੀਆਂ ਨੇ। 6 ਲੋਕਾਂ ਦੀ ਮੌਤ ਹੋ ਚੁੱਕੀ ਹੁੰਦੀ ਹੈ, 7ਵਾਂ ਵੀ ਉਹਨਾਂ ਦੇ ਹਿਸਾਬ ਨਾਲ ਮਾਰ ਚੁੱਕਾ ਹੁੰਦਾ, ਲੇਕਿਨ ਉਸ ਨੂੰ ਗਲੇ ਉੱਤੇ ਚਾਕੂ ਦੇ ਨਾਲ ਉਹਦੇ ਉੱਤੇ ਹਮਲਾ ਕੀਤਾ ਗਿਆ ਹੁੰਦਾ। ਸੋ ਪਤਾ ਨਹੀਂ ਹੁੰਦਾ ਕਲੀਅਰ ਵੀ ਉਸਨੇ ਬਚਣਾ ਹੈ ਨਹੀਂ ਬਚਣਾ, ਲੇਕਿਨ ਇਹ ਲੋਕ ਉਸ ਤੋਂ ਬਾਅਦ ਬੱਸ ਦੇ ਵਿੱਚ ਸਵਾਰ ਹੋ ਕੇ ਹਮਲਾਵਰ 5 ਕਿਲੋਮੀਟਰ ਉਸ ਬੱਸ ਨੂੰ ਹੋਰ ਅੱਗੇ ਕਪੂਰਥਲਾ ਢਿਲਵਾਂ ਦੇ ਉਸੇ ਇਲਾਕੇ ਵਿੱਚ ਲੈ ਕੇ ਹੋਰ ਪਿੰਡਾਂ ਦੇ ਆਸ-ਪਾਸ ਘੁੰਮਦੇ ਰਹਿੰਦੇ ਨੇ, ਜਿਸ ਤੋਂ ਬਾਅਦ 5 ਕਿਲੋਮੀਟਰ ਜਾ ਕੇ ਉਹਨਾਂ तमाम ਸਵਾਰੀਆਂ ਲੋਕ ਜੋ ਕਿ ਜਿਉਂਦੇ ਹੁੰਦੇ ਨੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਿੱਖ ਹੁੰਦੇ ਨੇ, ਈਸਾਈ ਭਾਈਚਾਰੇ ਦੇ ਕੁਝ ਲੋਕ ਹੁੰਦੇ ਨੇ ਤੇ ਇਹ 2 ਹਿੰਦੂ ਮਾਂ ਬੇਟੇ, ਇਹ ਦੋਵਾਂ ਨੂੰ ਸੜਕਾਂ ਤੇ ਉਤਾਰਤਾ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਉੱਥੇ ਇੱਕ ਉਜਾਗਰ ਸਿੰਘ ਨਾਂ ਦਾ ਇੱਕ ਪਿੰਡ ਦਾ ਵਸਨੀਕ ਹੁੰਦਾ ਹੈ, ਉਸ ਦੇ ਪੰਪ ਕੋਲ ਇਹਨਾਂ ਨੂੰ ਉਤਾਰਤਾ ਜਾਂਦਾ ਹੈ, ਜਿਸ ਤੋਂ ਬਾਅਦ ਕਿ ਇਹਨਾਂ ਨੂੰ ਧਮਕਾਇਆ ਜਾਂਦਾ ਵੀ ਇਹ ਇਸ ਵਾਰਦਾਤ ਦੀ ਜਾਣਕਾਰੀ ਕਿਸੇ ਨੂੰ ਨਹੀਂ ਦੇਣਗੇ। ਉਸ ਤੋਂ ਬਾਅਦ ਇਹ ਲੋਕ ਬੱਸ ਲੈ ਕੇ ਵਾਪਸ ਚਲੇ ਜਾਂਦੇ ਨੇ। ਇਹ ਦੱਸਿਆ ਜਾਂਦਾ ਕਿ ਉਸ ਤੋਂ ਬਾਅਦ ਇਹ ਬੱਸ ਨੂੰ ਵਾਪਸ ਲਿਆ ਕੇ ਅੰਮ੍ਰਿਤਸਰ ਦੇ ਵਿੱਚ ਚਿੱਟੀਵਿੰਡ ਇਲਾਕੇ ਦੇ ਵਿੱਚ ਖੜਾ ਕਰਤਾ ਗਿਆ ਸੀ, ਜਿਸ ਤੋਂ ਬਾਅਦ ਕਿ ਬਾਅਦ ਦੇ ਵਿੱਚ ਇਹ ਬੱਸ ਉੱਥੋਂ ਬਰਾਮਦ ਵੀ ਹੋਈ ਸੀ। ਸੋ ਇਹ ਸੀ ਉਹ ਵਾਰਦਾਤ, ਉਹ ਘਟਨਾਕ੍ਰਮ। ਉਸ ਦੇ ਵਿੱਚ ਦੱਸਿਆ ਜਾਂਦਾ ਵੀ ਪੂਰੀ ਰਾਤ ਇਹ ਲੋਕ ਉਸ ਪੰਪ ਦੇ ਉੱਤੇ, ਜੋ ਕਿ ਉਜਾਗਰ ਸਿੰਘ ਦਾ ਪੰਪ ਸੀ, ਉੱਥੇ ਬੈਠੇ ਰਹੇ। ਇਹ ਲੋਕ ਬਹੁਤ ਹੀ ਡਰੇ ਹੋਏ ਸਨ, ਸਹਿਮੇ ਹੋਏ ਸਨ। ਇਸ ਦੌਰਾਨ ਕੁਝ ਐਸੇ ਸਿੱਖ ਨੌਜਵਾਨ ਸੀ ਜਿਨ੍ਹਾਂ ਨੇ ਕਿ ਉਹਨਾਂ ਹਮਲਾਵਰਾਂ ਦੇ ਨਾਲ ਥੋੜ੍ਹਾ ਜਿਹਾ ਗੱਲਬਾਤ ਜਾਂ ਬਹਿਸ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਹਿੰਦੂਆਂ ਨੂੰ ਕੱਢਣਾ ਸ਼ੁਰੂ ਕੀਤਾ, ਲੇਕਿਨ ਉਹਨਾਂ ਨੂੰ ਵੀ ਉਹਨਾਂ ਨੇ ਡਰਾਤਾ, ਧਮਕਾਤਾ ਤੇ ਮਾਰਨ ਦੀ ਧਮਕੀ ਦਿੱਤੀ। ਸੋ ਇਸ ਕਿਸਮ ਦੀ ਵੀ ਜਿਹੜੀ ਹੱਥੋਂ ਪਾਈ ਉੱਥੇ ਥੋੜ੍ਹੀ ਬਹੁਤ ਹੋਈ ਦੱਸੀ ਜਾਂਦੀ ਹੈ ਬੱਸ ਦੇ ਵਿੱਚ। ਲੇਕਿਨ ਇਸ ਦੌਰਾਨ ਪੂਰੀ ਰਾਤ ਇਹ ਜਿਹੜੇ ਸਾਰੇ ਲੋਕ ਸਨ ਇਹ ਉਸੇ ਪੰਪ ਦੇ ਉੱਤੇ ਰਹੇ। ਇਹਨਾਂ ਵਿੱਚੋਂ ਲੋਕ ਜਾਪ ਕਰਦੇ ਰਹੇ, ਲੋਕ ਬਹੁਤ ਡਰੇ ਹੋਏ ਸਨ। ਧਮਕਾ ਇਹਨਾਂ ਨੂੰ ਪਹਿਲਾਂ ਅੱਤਵਾਦੀਆਂ ਨੇ ਦਿੱਤਾ ਸੀ, ਜਿਸ ਤੋਂ ਬਾਅਦ ਕਿ ਉਜਾਗਰ ਸਿੰਘ ਜਿਹੜੇ ਸਨ ਉਹ ਹੈਰਾਨ ਸਨ, ਕਿਉਂਕਿ ਉਹਨਾਂ ਨੇ ਇੰਨੇ ਡਰੇ ਹੋਏ ਲੋਕ ਕਦੇ ਨਹੀਂ ਦੇਖੇ ਸਨ। ਸਵੇਰ ਹੁੰਦਿਆਂ ਇੱਕ ਟਰੱਕ ਜਿਹੜਾ ਉੱਥੋਂ ਗੁਜ਼ਰ ਰਿਹਾ ਸੀ, ਉਸ ਟਰੱਕ ਨੇ ਇਹ ਸਾਰੇ ਲੋਕ ਜਿਹੜੇ ਕਿ ਬਚੇ ਹੋਏ ਲੋਕ ਸਨ, ਤਕਰੀਬਨ 20 ਦੇ ਆਸ-ਪਾਸ ਲੋਕ ਸਨ, ਉਹਨਾਂ ਨੂੰ ਲਿਫਟ ਦਿੱਤੀ, ਜਿਸ ਤੋਂ ਬਾਅਦ ਕਿ ਉਹਨਾਂ ਨੇ ਇਹਨਾਂ ਨੂੰ ਬਿਆਸ ਜਿਹੜਾ ਸ਼ਹਿਰ ਪੈਂਦਾ ਉਸ ਦੇ ਅੱਡੇ ਉੱਤੇ ਉਤਾਰਿਆ। ਬਿਆਸ ਸ਼ਹਿਰ ਦੇ ਉਤਰਨ ਮਗਰੋਂ ਇਹ ਸਾਰੇ ਦੇ ਸਾਰੇ ਜਿਹੜੇ ਲੋਕ ਬਚੇ ਸਨ ਉਸ ਹਮਲੇ ਦੇ ਵਿੱਚ, ਉਹ ਆਪਣੇ ਆਪਣੇ ਘਰਾਂ ਵਿੱਚ ਰਵਾਨਾ ਹੋ ਗਏ। ਇੱਕ ਦੂਸਰੇ ਨੂੰ ਮਿਲ ਕੇ, ਇੱਕ ਦੂਸਰੇ ਵੱਲ ਦੇਖ ਕੇ ਇੱਕ ਬਹੁਤ ਹੀ ਦਰਦ ਭਰਿਆ ਇਹਨਾਂ ਲਈ ਇਹ ਅਹਿਸਾਸ ਵੀ ਸੀ, ਅਨੁਭਵ ਵੀ ਸੀ। ਕਿਸੇ ਨੂੰ ਦੱਸਣ ਦੀ ਸਥਿਤੀ ਵਿੱਚ ਨਹੀਂ ਸਨ। ਅੱਤਵਾਦੀਆਂ ਨੇ ਇਹਨਾਂ ਨੂੰ ਧਮਕੀ ਦੇ ਰੱਖੀ ਸੀ। ਇਹ ਪੂਰਾ ਮਾਮਲਾ ਪੁਲਿਸ ਨੂੰ ਰਿਪੋਰਟ ਨਹੀਂ ਕੀਤਾ ਗਿਆ। ਇਹਨਾਂ ਲੋਕਾਂ ਵੱਲੋਂ, ਜੋ ਕਿ ਚਸ਼ਮਦੀਦ ਵੀ ਸਨ ਕਾਫੀ ਹੱਦ ਤੱਕ,
ਤੇ ਇਸ ਹਮਲੇ ਵਿੱਚ ਬਚ ਨਿਕਲੇ ਲੋਕ ਵੀ ਸਨ। ਸੋ ਇਹ ਸਾਰੇ ਲੋਕ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਉਹ ਘਟਨਾ ਸਥਲ ਢਿੱਲਵਾਂ ਦਾ ਉਹ ਘਟਨਾ ਸਥਲ ਜਿੱਥੇ ਕਿ ਇਹ ਲੋਕਾਂ ਨੂੰ ਮਾਰਿਆ ਗਿਆ ਸੀ, ਉਸ ਦੇ ਵਿੱਚ ਇੱਕ ਲਾਸ਼ ਸਵੇਰੇ ਇੱਕ ਉੱਥੋਂ ਦਾ ਇੱਕ ਪੁਲਿਸ ਦਾ ਮੁਲਾਜ਼ਮ ਜਿਹੜਾ ਸੀ ਉੱਥੋਂ ਗੁਜ਼ਰਦਾ ਹੈ। ਉਸ ਮੁਲਾਜ਼ਮ ਵੱਲੋਂ ਇਹ ਲਾਸ਼ ਵੇਖੀ ਜਾਂਦੀ ਹੈ। ਇੱਕ ਲਾਸ਼ ਉਸ ਨੂੰ ਲੱਗਦਾ ਵੀ ਸ਼ਾਇਦ ਕੋਈ ਰੋਡ ਐਕਸੀਡੈਂਟ ਦਾ ਕੇਸ ਹੈ, ਲੇਕਿਨ ਥੋੜ੍ਹੀ ਦੂਰ ਬਾਅਦ ਵਿੱਚ ਜਾ ਕੇ ਉਹ ਦੇਖਦਾ ਵੀ ਨਾਲ ਦੇ ਗਰਾਊਂਡ ਦੇ ਵਿੱਚ 5 ਹੋਰ ਲਾਸ਼ਾਂ ਪਈਆਂ ਨੇ। ਸੋ 6 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੁੰਦੀ ਹੈ। 7ਵਾਂ ਜਿਹੜਾ ਫੱਟੜ ਸ਼ਖਸ ਹੁੰਦਾ ਹੈ ਉਹ ਕਿਸੇ ਹੋਰ ਥਾਂ ਪਹੁੰਚ ਚੁੱਕਾ ਹੁੰਦਾ ਹੈ, ਕਿਉਂਕਿ ਉਸ ਦੌਰਾਨ ਉਹਨੂੰ ਹੋਸ਼ ਆ ਚੁੱਕੀ ਹੁੰਦੀ ਹੈ। ਉਸ ਦੇ ਗਲੇ ਵਿੱਚ ਚਾਕੂ ਲੱਗਿਆ ਹੁੰਦਾ ਹੈ, ਲੇਕਿਨ ਉਹ ਇਸ ਦੌਰਾਨ ਨੇੜੇ ਕਿਸੇ ਪਿੰਡ ਦੇ ਕਿਸੇ ਵਸਨੀਕ ਕੋਲ ਮਦਦ ਮੰਗ ਚੁੱਕਾ ਹੁੰਦਾ ਹੈ ਤੇ ਉਸ ਤੋਂ ਬਾਅਦ ਉਹ ਹਸਪਤਾਲ ਭਰਤੀ ਹੋ ਚੁੱਕਾ ਹੁੰਦਾ ਹੈ। ਸੋ ਇਹ ਵਾਰਦਾਤ ਪੁਲਿਸ ਨੂੰ ਰਿਪੋਰਟ ਕੀਤੀ ਜਾਂਦੀ ਹੈ। ਢਿੱਲਵਾਂ ਥਾਣੇ ਦੀ ਜਿਹੜੀ ਪੁਲਿਸ ਹੈ ਇਸ ਮਾਮਲੇ ਦੀ ਤਫਤੀਸ਼ ਵਿੱਚ ਜੁਟਦੀ ਹੈ। ਇੱਕ ਬਹੁਤ ਵੱਡਾ ਹਾਦਸਾ ਹੁੰਦਾ ਹੈ, ਐਡਾ ਵੱਡਾ ਹਾਦਸਾ ਜਿਸ ਨੇ ਕਿ ਸਿਆਸੀ ਹਲਕਿਆਂ ਦੇ ਵਿੱਚ ਇੱਕ ਬਹੁਤ ਵੱਡਾ ਭੁਚਾਲ ਲਿਆ ਕੇ ਖੜਾ ਕਰਤਾ ਹੁੰਦਾ ਹੈ। ਦਰਬਾਰਾ ਸਿੰਘ ਮਿਨਿਸਟਰੀ ਜੋ ਕਿ ਇਸ ਪੂਰੀ ਹਿੰਸਾ ਦੇ ਦੌਰ ਦੇ ਨਾਲ ਬੀਤੇ ਤਕਰੀਬਨ 2.5-3 ਸਾਲ ਤੱਕ ਜੂਝਦੀ ਆ ਰਹੀ ਹੁੰਦੀ ਹੈ, ਹੁਣ ਉਸ ਕੋਲ ਕੋਈ ਵੀ ਹੋਰ ਬਹਾਨਾ ਨਹੀਂ ਹੁੰਦਾ। ਹਾਲਾਂਕਿ ਇਹ ਘਟਨਾ ਉਹਨਾਂ ਹੀ ਘਟਨਾਵਾਂ ਦੀ ਲੜੀ ਵਿੱਚ ਇੱਕ ਨਾਰਮਲ ਘਟਨਾ ਵਾਂਗ ਵੀ ਵੇਖੀ ਜਾ ਸਕਦੀ ਸੀ, ਲੇਕਿਨ ਕਿਉਂਕਿ ਇਸ ਕੇਸ ਦੇ ਵਿੱਚ ਇੱਕ ਫਿਰਕੂ ਵਿਸ਼ੇਸ਼ ਦੇ ਲੋਕਾਂ ਨੂੰ ਸ਼ਾਇਦ ਐਡੇ ਵੱਡੇ ਪੱਧਰ ਉੱਤੇ ਪਹਿਲੀ ਵਾਰ ਟਾਰਗੇਟ ਕਰਕੇ ਉਸ ਤਰੀਕੇ ਨਾਲ ਲੈਣ ਸਿਰ ਖੜਾ ਕਰਕੇ ਗੋਲੀਆਂ ਮਾਰੀਆਂ ਗਈਆਂ, ਉਸ ਨੂੰ ਕੇਂਦਰ ਸਰਕਾਰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੁੰਦੀ। ਆਪਣੀ ਹੀ ਸਰਕਾਰ ਇੰਦਰਾ ਗਾਂਧੀ ਦੀ ਸਰਕਾਰ ਨੇ ਦਰਬਾਰਾ ਸਿੰਘ ਦੀ ਸਰਕਾਰ ਨੂੰ ਭੰਗ ਕਰਨ ਦੇ ਵਿੱਚ, ਉਸ ਨੂੰ ਬਰਖਾਸਤ ਤੇ ਡਿਸਮਿਸ ਕਰਨ ਦੇ ਵਿੱਚ ਜ਼ਿਆਦਾ ਸਮਾਂ ਨਹੀਂ ਲਗਾਇਆ। ਇੱਕ ਵਾਰਦਾਤ ਕਾਰਨ ਪ੍ਰਦਾਨ ਕਰਦੀ ਹੈ ਕੇਂਦਰ ਸਰਕਾਰ ਨੂੰ ਦਰਬਾਰਾ ਸਿੰਘ ਮਿਨਿਸਟਰੀ ਨੂੰ ਭੰਗ ਕਰਨ ਲਈ ਜਾਂ ਫਿਰ ਉਸ ਸਰਕਾਰ ਨੂੰ ਬਰਖਾਸਤ ਕਰਕੇ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਲਈ। ਸੋ ਇਹ ਸੀ ਢਿੱਲਵਾਂ ਦੀ ਉਹ ਘਟਨਾ, ਉਹ ਵਾਰਦਾਤ ਜਿਸ ਨੇ ਕਿ ਪੰਜਾਬ, ਹਾਲਾਂਕਿ ਇਸ ਤੋਂ ਬਾਅਦ ਢਿੱਲਵਾਂ ਦੀ ਵਾਰਦਾਤ ਤੋਂ ਬਾਅਦ ਤੇ ਆਉਣ ਵਾਲੇ ਕਈ ਸਾਲਾਂ ਤੱਕ 1990-92 ਦੇ ਦੌਰ ਤੱਕ ਬਹੁਤ ਸੀਆਂ ਟਾਰਗੇਟਿਡ ਕਿਲਿੰਗਸ ਹੋਰ ਵੀ ਹੋਈਆਂ, ਜਿਸ ਵਿੱਚ ਕਿ ਹਿੰਦੂ ਭਾਈਚਾਰੇ ਜਾਂ ਫਿਰਕੇ ਦੇ ਲੋਕਾਂ ਨੂੰ ਟਾਰਗੇਟ ਕੀਤਾ ਗਿਆ, ਦਹਿਸ਼ਤਗਰਦਾਂ ਨੇ ਕੀਤਾ, ਅੱਤਵਾਦੀਆਂ ਨੇ ਕੀਤਾ। ਹੁਣ ਉਹ ਦਹਿਸ਼ਤਗਰਦ ਅੱਤਵਾਦੀ ਕਿਹਨਾਂ ਵੱਲੋਂ ਭੇਜੇ ਗਏ ਸਨ, ਕਿਹੜੀਆਂ ਖਾੜਕੂ ਜਥੇਬੰਦੀਆਂ ਦੇ ਸਨ ਜਾਂ ਫਿਰ ਕੁਝ ਏਜੰਸੀਆਂ ਦੇ ਘਾਰੇ ਸਨ, ਇਹਨਾਂ ਚੀਜ਼ਾਂ ਉੱਤੇ ਤਮਾਮ ਕਿਸਮ ਦੇ ਕਿੰਤੂ ਪਰੰਤੂ ਹੈ। ਆਪਾਂ ਕਰ ਸਕਦੇ ਹਾਂ, ਆਪਾਂ ਨੂੰ ਹੱਕ ਹੈ ਗੱਲਾਂ ਬਾਤਾਂ ਕਰਨ ਦਾ। ਲੇਕਿਨ ਢਿੱਲਵਾਂ ਦੀ ਘਟਨਾ ਇੱਕ ਬਹੁਤ ਵੱਡਾ ਸਿਆਸੀ ਜਿਹੜਾ ਫੇਰਬਦਲ ਕਰ ਦੇਣ ਵਾਲੀ ਘਟਨਾ ਸੀ। ਇਸ ਵਾਸਤੇ ਇਸ ਦੀ ਗਹਿਰਾਈ ਵਿੱਚ ਜਾਣ ਦੀ ਥੋੜ੍ਹੀ ਜਿਹੀ ਲੋੜ ਆਪਾਂ ਸਮਝਦੇ ਹਾਂ। ਇਹਨਾਂ ਤਮਾਮ ਸਾਲਾਂ ਤੇ ਦਹਾਕਿਆਂ ਦੇ ਵਿੱਚ ਅਜਿਹੇ 2 ਲੋਕ ਹੈਗੇ ਨੇ ਜਿਨ੍ਹਾਂ ਨੇ ਕਿ ਇਸ ਢਿੱਲਵਾਂ ਕਾਂਡ ਬਾਰੇ ਜਾਣਕਾਰੀ ਦਿੱਤੀ ਹੈ। ਮੁੱਢਲੇ ਤੌਰ ਤੇ ਇਸ ਨੂੰ ਇੱਕ ਦਹਿਸ਼ਤਗਰਦਾਂ ਦੀ ਅੱਤਵਾਦੀ ਜਥੇਬੰਦੀ ਵੱਲੋਂ, ਖਾੜਕੂ ਜਥੇਬੰਦੀ ਵੱਲੋਂ ਕੀਤੀ ਹੋਈ ਕਾਰਵਾਈ ਦੱਸਿਆ ਗਿਆ। ਕੁਝ ਲੋਕਾਂ ਨੇ, ਕਿਉਂਕਿ ਉਸ ਵਕਤ ਮੈਨੂੰ ਯਾਦ ਹੈ ਜਦੋਂ ਇੰਡੀਆ ਟੁਡੇ ਦੀ ਜਿਹੜੀ ਰਿਪੋਰਟਿੰਗ ਸੀ, ਉਸ ਨੇ ਇਸ ਪੂਰੀ ਘਟਨਾ ਦੇ ਬਾਅਦ ਜਿਹੜੇ ਕਿ ਕੁਝ ਆਈ ਵਿਟਨੈਸਿਸ ਸਨ, ਜੋ ਲੋਕ ਸਰਵਾਈਵਰ ਸਨ, ਵਿਕਟਿਮ ਸਨ, ਉਹਨਾਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਇੱਕ ਜਿਹੜਾ ਤੱਥ ਕੱਢਿਆ ਸੀ ਜਾਂ ਜੋ ਕੱਢਣ ਦੀ ਕੋਸ਼ਿਸ਼ ਕੀਤੀ ਸੀ, ਕਿਉਂਕਿ ਜਾਂਚ ਜਾਰੀ ਸੀ, ਮੁਕੰਮਲ ਜਾਂਚ ਤਾਂ ਕਲੀਅਰ ਹੋ ਹੀ ਨਹੀਂ ਪਾਇਆ ਕਿ ਪੂਰੀ ਘਟਨਾ ਦੇ ਵਿੱਚ ਹੋਇਆ ਦਰਅਸਲ ਕੀ ਸੀ। ਉਹਨਾਂ ਨੇ ਇਹ ਚੀਜ਼ ਦੱਸੀ ਸੀ ਵੀ ਜਿਹੜੇ ਵੀ ਕਿਲਰ ਸਨ, ਯਾਨੀ ਜਿਹੜੇ ਕਿ ਦਹਿਸ਼ਤਗਰਦ ਸਨ, ਉਹ ਬਹੁਤ ਹੀ ਕੋਲਡ ਬਲੱਡਡ ਤਰੀਕੇ ਨਾਲ ਇਹ ਮਰਡਰ ਕਰਕੇ ਬਹੁਤ ਸੌਖੇ ਤਰੀਕੇ ਨਾਲ ਚਲੇ ਗਏ। ਉਹ ਪ੍ਰੋਫੈਸ਼ਨਲ ਸਨ। ਉਹ ਇਸ ਤਰੀਕਾ ਲੱਗ ਰਿਹਾ ਸੀ ਵੀ ਇਸ ਤਰੀਕੇ ਦੇ ਕੁਝ ਹਾਇਰਡ ਲੋਕ ਹੈਗੇ ਨੇ ਜਿਨ੍ਹਾਂ ਨੂੰ ਪਾੜੇ ਦੇ ਉੱਤੇ ਲਿਆ ਕੇ ਉਹਨਾਂ ਤੋਂ ਮਰਡਰ ਕਰਾਏ ਗਏ ਨੇ। ਉਹ ਉਸ ਤਰੀਕੇ ਦੇ ਜਜ਼ਬਾਤੀ ਖਾੜਕੂ ਨਹੀਂ ਸਨ ਜੋ ਉਹਨਾਂ ਦਿਨਾਂ ਦੇ ਵਿੱਚ ਵੇਖਣ ਨੂੰ ਮਿਲਿਆ ਕਰਦੇ ਸਨ, ਯਾਨੀ ਕਿ ਬੱਬਰ ਖਾਲਸਾ ਜਾਂ ਫਿਰ ਹੋਰ ਉਹ ਲੋਕ ਜੋ ਕਿ ਨਿਰੰਕਾਰੀ ਲੋਕਾਂ ਨੂੰ ਟਾਰਗੇਟ ਕਰ ਰਹੇ ਸਨ। ਸੋ ਇੱਕ ਥਿਊਰੀ ਜੀ ਸੀ। ਅਖਬਾਰਾਂ ਦੇ ਵਿੱਚ ਜਿਹੜੀ ਰਿਪੋਰਟਿੰਗ ਹੋਈ ਉਸ ਦੇ ਵਿੱਚ ਇਸ ਕਿਸਮ ਦੇ ਸਵਾਲ ਖੜੇ ਕੀਤੇ ਗਏ। ਹਾਲਾਂਕਿ ਬਹੁਤ ਸੇ ਲੋਕਾਂ ਨੇ ਇਸ ਨੂੰ ਆਊਟਰਾਈਟਲੀ ਇੱਕ ਦਹਿਸ਼ਤਗਰਦੀ ਹਮਲਾ ਕਰਾਰ ਦਿੱਤਾ ਸੀ। ਲੇਕਿਨ ਇਹਨਾਂ ਤਮਾਮ ਸਾਲਾਂ ਤੇ ਦਹਾਕਿਆਂ ਦੇ ਦੌਰਾਨ 2 ਐਸੇ ਲੋਕ ਆਏ ਹੈਗੇ ਨੇ ਜਿਨ੍ਹਾਂ ਨੇ ਇਸ ਢਿੱਲਵਾਂ ਕਾਂਡ ਬਾਰੇ ਜਾਣਕਾਰੀ ਦਿੱਤੀ ਹੈ। ਸਭ ਤੋਂ ਪਹਿਲਾਂ ਜਿਹੜਾ ਇਸ ਕੇਸ ਦੇ ਵਿੱਚ ਬੰਦਾ ਬੋਲਣ ਵਾਲਾ ਰਿਹਾ ਹੈ ਉਹ ਹੈ ਸੁਖਵਿੰਦਰ ਸਿੰਘ ਕਾਕਾ ਉਰਫ ਜਨਰਲ ਦਿਆਲ ਸਿੰਘ। ਇਹ ਜਨਰਲ ਦਿਆਲ ਸਿੰਘ ਕੌਣ ਹੈ, ਸੁਖਵਿੰਦਰ ਕਾਕਾ ਕੌਣ ਹੈ? ਬੇਸਿਕਲੀ ਸੁਖਵਿੰਦਰ ਕਾਕਾ ਤੇ ਜਨਰਲ ਦਿਆਲ ਇੰਡੀਅਨ ਲਾਇਨਸ ਨਾਂ ਦੀ ਇੱਕ ਜਥੇਬੰਦੀ ਚਲਾਉਣ ਵਾਲਾ ਇੱਕ ਐਸਾ ਸ਼ਖਸ ਹੈ। ਆਪਾਂ ਜਿਨ੍ਹਾਂ ਨੂੰ ਕੈਟ ਕਹਿ ਦਿੰਦੇ ਹਾਂ, ਯੂਜੂਅਲੀ ਅੰਡਰ ਕਵਰ ਆਪਾਂ ਉਹਨਾਂ ਨੂੰ ਕਹਿ ਕੇ ਚੱਲਦੇ ਹਾਂ। ਮੈਂ ਤੁਹਾਨੂੰ ਕਿਹਾ ਵੀ ਸੀ ਵੀ ਆਪਾਂ ਅੰਡਰ ਕਵਰ ਦੇ ਉੱਤੇ ਕੋਈ ਗੱਲਬਾਤ ਕਰਾਂਗੇ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜ਼ਰੂਰ ਉਹ ਤਮਾਮ ਲੋਕ ਜੋ ਕਿ ਕੈਟ ਅਖਵਾਏ, ਖਾਸ ਕਰਕੇ ਜਨਰਲ ਦਿਆਲ ਵਰਗੇ ਜਾਂ ਸੁਖਵਿੰਦਰ ਕਾਕਾ ਉਰਫ ਸੁਖਵਿੰਦਰ ਕਾਕਾ ਇਹਨਾਂ ਨੂੰ ਕਿਹਾ ਜਾਂਦਾ ਹੈ, ਸੁਖਵਿੰਦਰ ਕਾਕੇ ਵਰਗੇ ਲੋਕਾਂ ਵੱਲੋਂ ਇਹ ਖੁਲਾਸਾ ਕੀਤਾ ਗਿਆ। ਸੁਖਵਿੰਦਰ ਕਾਕੇ ਨੇ ਰਾਤ ਦਾ ਖੁਲਾਸਾ ਕੀਤਾ ਵੀ ਉਸ ਹਮਲੇ ਦੇ ਵਿੱਚ ਜਿਹੜੇ ਲੋਕ ਸ਼ਾਮਲ ਸਨ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਹਨਾਂ ਦੇ ਬਹੁਤ ਹੀ ਕਰੀਬੀ ਮੰਨੇ ਜਾਣ ਵਾਲੇ ਲੋਕਾਂ ਦੇ ਵਿੱਚੋਂ ਸਨ। ਉਹਨਾਂ ਦੇ ਵਿੱਚੋਂ ਸੁਰਿੰਦਰ ਸਿੰਘ ਸੋਢੀ ਇੱਕ ਮੇਨ ਸ਼ਖਸ ਸੀ ਜੋ ਕਿ ਇਸ ਵਾਰਦਾਤ ਵਿੱਚ ਸ਼ਾਮਲ ਸੀ। ਇਸ ਤੋਂ ਇਲਾਵਾ ਜਨਰਲ ਲਾਭ ਸਿੰਘ ਜਿਹਦਾ ਨਾਮ ਸੁਖਦੇਵ ਸਿੰਘ ਸੁੱਖਾ ਸਿਪਾਹੀ, ਜੋ ਕਿ ਵੈਸੇ ਤਾਂ ਹੁਸ਼ਿਆਰਪੁਰ ਟਾਂਡਾ ਤੋਂ ਬਿਲੋਂਗ ਕਰਦਾ ਸੀ, ਲੇਕਿਨ ਉਹਨਾਂ ਦਿਨਾਂ ਦੇ ਵਿੱਚ ਕਾਫੀ ਬਹੁਤ ਹੀ ਸਿਰਕੱਢ ਜਿਹੜਾ ਲੀਡਰ ਮੰਨਿਆ ਜਾਂਦਾ ਸੀ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਖਾਸ
ਜਿਹੜੇ ਜਰਨੈਲਾਂ ਦੇ ਵਿੱਚੋਂ ਮੰਨਿਆ ਜਾਂਦਾ ਸੀ। ਬਾਅਦ ਦੇ ਵਿੱਚ ਖਾਲਿਸਤਾਨ ਕਮਾਂਡੋ ਫੋਰਸ ਦਾ ਮੁਖੀਆ ਵੀ ਬਣਿਆ। ਲੁਧਿਆਣਾ ਦੀ ਜਿਹੜੀ 6.25 ਕਰੋੜ ਦੀ ਬੈਂਕ ਡਕੈਤੀ ਜਾਂ ਫਿਰ ਹੋਰ ਬਹੁਤ ਸੀਆਂ ਵੱਡੀਆਂ ਵਾਰਦਾਤਾਂ, ਜਿਸ ਵਿੱਚ ਕਿ ਲਾਲਾ ਜਗਤ ਨਾਰਾਇਣ ਹੋਣਾ ਦੇ ਬੇਟੇ ਰਮੇਸ਼ ਚੰਦਰ ਉਹਨਾਂ ਦੇ ਉੱਤੇ ਜਿਹੜਾ ਕਾਤਲਾਨਾ ਹਮਲਾ ਕੀਤਾ ਜਾਂਦਾ ਤੇ ਕਈ ਹੋਰ ਵੱਡੀਆਂ ਵਾਰਦਾਤਾਂ ਦੇ ਵਿੱਚ ਜਨਰਲ ਲਾਭ ਸਿੰਘ ਦੀ ਭੂਮਿਕਾ ਸਾਫ਼ ਤੌਰ ਤੇ ਦੇਖੀ ਜਾ ਸਕਦੀ ਹੈ। ਸੁੱਖੇ ਸਿਪਾਹੀ ਦੀ, ਸੁਖਦੇਵ ਸਿੰਘ ਉਰਫ ਸੁੱਖਾ ਸਿਪਾਹੀ ਵੀ ਉਸਦਾ ਨਾਂ ਸੀ, ਉਹ ਇੱਕ ਸੀ। ਸੁਰਿੰਦਰ ਸੋਢੀ, ਸੁਖਦੇਵ ਸਿੰਘ ਸੁੱਖਾ ਸਿਪਾਹੀ ਉਰਫ ਜਨਰਲ ਲਾਭ ਸਿੰਘ। ਇਸ ਤੋਂ ਇਲਾਵਾ ਇੱਕ ਸੁਖਦੇਵ ਸਿੰਘ ਸੁੱਖਾ ਕੱਕੜ ਨਾਂ ਦਾ ਇੱਕ ਹੋਰ ਤੀਸਰਾ ਸ਼ਖਸ ਸੀ। ਇਸ ਤੋਂ ਇਲਾਵਾ ਇਸੇ ਸੁਖਦੇਵ ਸਿੰਘ ਸੁੱਖਾ ਕੱਕੜ ਦਾ ਇੱਕ ਹੋਰ ਨੌਕਰ ਬਚਨ ਸਿੰਘ ਤੋਤੀ, ਇਸ ਦਾ ਨਾਂ ਆਉਂਦਾ ਹੈ, ਤੇ ਇੱਕ ਹੋਰ ਸ਼ਖਸ ਸੀ ਸਵਿੰਦਰ ਸਿੰਘ ਤੋਦੀ। ਸੋ ਇਹ 5 ਲੋਕਾਂ ਦੇ ਨਾਂ ਜਿਹੜੇ ਹੈਗੇ ਨੇ। ਸੁਖਵਿੰਦਰ ਸਿੰਘ ਕਾਕਾ ਯਾਨੀ ਕਿ ਜਨਰਲ ਦਿਆਲ, ਜੋ ਕਿ ਇੰਡੀਅਨ ਲਾਇਨਸ ਯਾਨੀ ਕਿ ਇੰਡੀਅਨ ਲਾਇਨਸ ਤੇ ਤੁਹਾਨੂੰ ਦੱਸ ਦਈਏ, ਇੰਡੀਅਨ ਲਾਇਨਸ ਉਹ ਜਥੇਬੰਦੀ ਬਣਾਈ ਗਈ ਸੀ ਕੁਝ ਲੋਕਾਂ ਵੱਲੋਂ ਜਿਨ੍ਹਾਂ ਨੇ ਕਿ ਪੁਲਿਸ ਤੋਂ ਮਦਦ ਲੈ ਕੇ ਖਾੜਕੂ ਜਥੇਬੰਦੀਆਂ ਦੇ ਖਿਲਾਫ ਲੜਾਈ ਲੜੀ। 1999, 1990, 91, 92, 93 ਇਹ तमाम 1988 ਤੋਂ ਬਾਅਦ ਦੇ 13 ਸਾਲ, ਜਿਸ ਦੌਰਾਨ ਮੈਂ ਪਹਿਲਾਂ ਵੀ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਵੀ ਜਿਹੜਾ ਕੈਟ ਫਿਨੋਮੀਨਨ ਦਾ ਜਿਹੜਾ ਉਭਾਰ ਹੋਇਆ, ਜਿਸ ਵਿੱਚ ਕਿ ਉਹੀ ਲੋਕ ਜੋ ਕਿ ਖਾੜਕੂਆਂ ਦੇ ਕੈਂਪਾਂ ਦੇ ਵਿੱਚੋਂ ਪੁਲਿਸ ਦੇ ਨਾਲ ਮਿਲ ਕੇ ਉਹਨਾਂ ਨੇ ਬਾਅਦ ਦੇ ਵਿੱਚ ਸੰਨ ਮਾਰੀ ਵੱਖਵਾਦੀਆਂ ਦੇ ਕੈਂਪਾਂ ਦੇ ਵਿੱਚ, ਤੇ ਬਹੁਤ ਸੇ ਜਿਹੜੇ ਖਾੜਕੂ ਸੀ ਉਹਨਾਂ ਨੂੰ ਨਿਊਟਰਲਾਈਜ਼ ਕਰਵਾਇਆ, ਉਹਨਾਂ ਨੂੰ ਐਨਕਾਊਂਟਰਾਂ ਦੇ ਵਿੱਚ ਢੇਰ ਵੀ ਕਰਵਾਇਆ ਤੇ ਗ੍ਰਿਫਤਾਰ ਵੀ ਕਰਵਾਇਆ। ਸੋ ਸੁਖਵਿੰਦਰ ਕਾਕਾ ਯਾਨੀ ਕਿ ਜਨਰਲ ਦਿਆਲ ਸਿੰਘ ਅਜਿਹੇ ਹੀ ਬੈਟਰੀ ਦੇ ਵਿੱਚੋਂ ਆਉਂਦਾ, ਲੇਕਿਨ ਇਹਨਾਂ ਦੀ ਜਿਹੜੀਆਂ ਗਤੀਵਿਧੀਆਂ 1988, 99, 90 ਤੋਂ ਬਾਅਦ ਸ਼ੁਰੂ ਹੁੰਦੀਆਂ ਨੇ। ਸੋ ਸੁਖਵਿੰਦਰ ਸਿੰਘ ਕਾਕਾ ਜੋ ਕਿ ਇਸ ਦਾ ਖੁਲਾਸਾ ਕਰਦਾ ਹੈ, ਕਿਉਂਕਿ ਉਸ ਦਾ ਦਾਵਾ ਇਹ ਹੈ ਕਿ ਅਕਤੂਬਰ 1983 ਜਦੋਂ ਇਹ ਹਮਲਾ 6 ਅਕਤੂਬਰ ਨੂੰ ਹੁੰਦਾ ਹੈ, ਉਸ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਉਹ ਸੁਖਵਿੰਦਰ ਕਾਕਾ ਜਨਰਲ ਦਿਆਲ, ਉਸ ਵਕਤ ਉਹ ਸੁਖਵਿੰਦਰ ਕਾਕਾ ਹੋਇਆ ਕਰਦਾ ਸੀ, ਜਨਰਲ ਦਿਆਲ ਉਹਨੂੰ ਨਾਮ 1990 ਤੋਂ ਬਾਅਦ ਮਿਲਿਆ। ਉਹ ਉਸ ਵਕਤ ਗੁਰੂ ਰਾਮਦਾਸ ਸਰਾਏ ਦੇ ਵਿੱਚ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਮੌਜੂਦ ਸੀ। ਉਸ ਵਕਤ ਉਸ ਨੂੰ ਤੇ ਉਸ ਦੇ ਨਾਲ ਦੇ ਕੁਝ ਹੋਰ ਸਾਥੀਆਂ, ਜਿਸ ਵਿੱਚ ਕਿ ਜਸਬੀਰ ਸਿੰਘ ਪੁੱਟੋ ਤੇ ਕੁਲਦੀਪ ਕੋਲਾ ਸਰਪੰਚ, ਇਸ ਤਰੀਕੇ ਦੇ ਲੋਕਾਂ ਦੇ ਨਾਲ ਮਿਲ ਕੇ ਇਹ ਸਾਰੇ ਲੋਕ ਰਹਿ ਰਹੇ ਸਨ। ਕਿਸੇ ਹੋਰ ਅਲੱਗ ਰਿਪੋਰਟ ਦੇ ਵਿੱਚ ਇਹ ਲੋਕ ਉੱਥੇ ਕੀ ਕਰ ਰਹੇ ਸਨ, ਇਹਨਾਂ ਦੀ ਕੀ ਭੂਮਿਕਾ ਸੀ, ਉਸ ਦੇ ਵਿਸਤਾਰ ਦੇ ਵਿੱਚ ਜਾਵਾਂਗੇ। ਲੇਕਿਨ ਇਹਨਾਂ ਦਾ ਇਹ ਕਹਿਣਾ ਸੀ ਵੀ ਇੱਕ ਦਿਨ ਹਰਮਿੰਦਰ ਸੰਧੂ ਜੋ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਹੁੰਦਾ ਹੈ, ਜਨਰਲ ਲਾਭ ਸਿੰਘ ਤੇ ਸੁਰਿੰਦਰ ਸੋਢੀ ਵਰਗੇ ਲੋਕ ਆ ਕੇ ਕਹਿੰਦੇ ਹੈਗੇ ਨੇ ਵੀ ਹੁਣ ਤੁਸੀਂ ਪੰਥ ਦੀ ਸੇਵਾ ਕਰੋ, ਬਹੁਤ ਦੇਰ ਹੋ ਗਿਆ ਤੁਸੀਂ ਆਪਣੀ ਵਿਅਕਤੀਗਤ ਰੰਜਿਸ਼ਾਂ ਜਾਂ ਆਪਣੀਆਂ ਦੁਸ਼ਮਣੀਆਂ ਪੂਰੀਆਂ ਕਰ ਰਹੇ ਹੋ। ਕਿਉਂਕਿ ਉਹ ਸਮਾਂ ਸੀ ਜਦੋਂ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਬਹੁਤ ਸੇ ਅਜਿਹੇ ਲੋਕ ਜਿਨ੍ਹਾਂ ਦੀ ਕੋਈ ਨਾ ਕੋਈ ਰੰਜਿਸ਼ ਸੀ, ਆਪਸੀ ਝਗੜੇ ਸਨ ਜਾਂ ਪੁਲਿਸ ਦੇ ਨਾਲ ਕੋਈ ਟਕਰਾਅ ਹੁੰਦਾ ਸੀ, ਉਹ ਪੁਲਿਸ ਵਾਲਿਆਂ ਨੂੰ ਮਾਰ ਕੇ ਜਾਂ ਇਸ ਤਰੀਕੇ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਵੀ ਉਹਨਾਂ ਦਿਨਾਂ ਦੇ ਵਿੱਚ ਗੁਰੂ ਰਾਮਦਾਸ ਸਰਾਏ ਜਾਂ ਇਸ ਤਰੀਕੇ ਦੀਆਂ ਥਾਵਾਂ ਤੇ ਰਹਿ ਲਿਆ ਕਰਦੇ ਸਨ। ਅਕਾਲੀ ਦਲ ਲੌਂਗੋਵਾਲ ਜਾਂ ਹੋਰ ਕਿਸੇ ਵੀ ਜਥੇਬੰਦੀ ਤੇ ਚੱਲਦਿਆਂ ਉਹਨਾਂ ਨੂੰ ਰਹਿਣ ਲਈ ਕਮਰੇ ਉਹਨਾਂ ਦੇ ਪਰਿਵਾਰਾਂ ਸਮੇਤ ਉੱਥੇ ਅਲਾਟ ਹੋ ਜਾਇਆ ਕਰਦੇ ਸਨ। ਸੋ ਇਹਨਾਂ ਹਾਲਾਤਾਂ ਦੇ ਚੱਲਦੇ ਹੀ ਸੁਖਵਿੰਦਰ ਸਿੰਘ ਔਰ ਸੁਖਵਿੰਦਰ ਕਾਕਾ ਜੋ ਕਿ ਇੰਡੀਅਨ ਲਾਇਨਸ ਬਾਅਦ ਦੇ ਵਿੱਚ ਬਣਾਉਂਦਾ ਹੈ 1988 ਜਾਂ 90 ਤੋਂ ਬਾਅਦ, ਤੇ ਖਾੜਕੂਆਂ ਦੇ ਖਿਲਾਫ ਇੱਕ ਲੜਾਈ ਲੜਦਾ ਹੈ। ਉਸ ਦਾ ਦਾਵਾ ਹੈ ਕਿ ਉਸ ਵਕਤ ਇਹ ਜਿਹੜੀ ਪੇਸ਼ਕਸ਼ ਉਹਨਾਂ ਨੂੰ ਕੀਤੀ ਗਈ ਸੀ, ਹਾਲਾਂਕਿ ਇਹ ਡਿਟੇਲ ਸ਼ੇਅਰ ਨਹੀਂ ਸੀ ਕੀਤੀ ਗਈ ਵੀ ਵਾਰਦਾਤ ਕੀ ਅੰਜਾਮ ਦੇਣੀ ਹੈ, ਲੇਕਿਨ ਇਹ ਦੱਸਿਆ ਜਾ ਰਿਹਾ ਹੈ ਵੀ ਉਸ ਵਕਤ ਸਵਿੰਦਰ ਸਿੰਘ ਦੋਦੀ ਜੋ ਕਿ ਇਸ ਦੇ ਨਾਲ ਰਹਿੰਦਾ ਸੀ ਸੁਖਵਿੰਦਰ ਕਾਕੇ ਦੇ, ਤੇ ਉਸ ਤੋਂ ਇਲਾਵਾ ਹੋਰ ਜਿਹੜੇ ਲੋਕ ਸਨ ਜਿਸ ਵਿੱਚ ਕਿ ਬਚਨ ਸਿੰਘ ਤੋਤੀ ਜਾਂ ਫਿਰ ਸੁਖਦੇਵ ਸੁੱਖਾ ਕੱਕੜ, ਇਹ ਸਾਰੇ ਸ਼ਾਮਲ ਸਨ। ਇਹ ਲੋਕਾਂ ਵੱਲੋਂ ਇੱਕ ਵੱਡੀ ਵਾਰਦਾਤ ਦੀ ਪਲੈਨਿੰਗ ਹੋ ਰਹੀ ਸੀ ਜੋ ਕਿ ਬਾਅਦ ਦੇ ਵਿੱਚ ਇਸ ਢਿਲਵਾਂ ਵਾਰਦਾਤ ਦੇ ਵਿੱਚ ਤਬਦੀਲ ਹੋਈ ਤੇ ਐਡਾ ਵੱਡਾ ਜਿਹੜਾ ਸੀ ਵਾਰਦਾਤ ਜਾਂ ਘਟਨਾ ਹੋ ਗਈ। ਇਹ ਹੁਣ ਦਾਵਾ ਸੁਖਵਿੰਦਰ ਕਾਕੇ ਦਾ ਹੈ ਜੋ ਕਿ ਇੱਕ ਕੁਐਸਚਨੇਬਲ ਕਿਰਦਾਰ ਹੋ ਸਕਦਾ ਹੈ, ਕਿਉਂਕਿ ਉਸ ਨੂੰ ਖੁਦ ਪੁਲਿਸ ਦਾ ਇੱਕ ਕੈਟ ਮੰਨਿਆ ਜਾਂਦਾ ਹੈ। ਉਸ ਨੂੰ ਖੁਦ ਪੁਲਿਸ ਦੇ ਹੱਕ ਵਿੱਚ ਲੜਾਈ ਲੜ ਕੇ ਖਾੜਕੂ ਜਥੇਬੰਦੀਆਂ ਨੂੰ ਨਿਊਟਰਲਾਈਜ਼ ਕਰਨ ਦੇ ਲਈ ਕਾਫੀ ਹੱਦ ਤੱਕ ਲੋਕ ਜ਼ਿੰਮੇਵਾਰ ਵੀ ਮੰਨਦੇ ਨੇ। ਸੋ ਇਹ ਸੁਖਵਿੰਦਰ ਕਾਕੇ ਦਾ ਪੱਖ ਹੈ, ਉਸ ਦਾ ਵਿਊ ਹੈ ਜੋ ਕਿ ਕਹਿ ਰਿਹਾ ਹੈ ਕਿ ਉਹ ਉਸ ਵਕਤ ਉੱਥੇ ਮੌਜੂਦ ਸੀ ਤੇ ਉਸ ਦੇ ਸਾਹਮਣੇ ਇਹ ਸਾਰੀ ਪਲੈਨਿੰਗ ਹੋਈ ਸੀ, ਜਿਸ ਤੋਂ ਬਾਅਦ ਕਿ ਬੇਸ਼ੱਕ ਉਹਨਾਂ ਨੂੰ ਪਤਾ ਨਹੀਂ ਸੀ, ਲੇਕਿਨ ਵਾਰਦਾਤ ਤੋਂ ਬਾਅਦ ਸਭ ਨੂੰ ਸਮਝ ਆ ਚੁੱਕੀ ਸੀ ਵੀ ਸਵਿੰਦਰ ਦੋਦੀ, ਸੁਰਿੰਦਰ ਸੋਢੀ, ਜਨਰਲ ਲਾਭ ਸਿੰਘ ਯਾਨੀ ਕਿ ਸੁਖਦੇਵ ਸੁੱਖਾ ਸਿਪਾਹੀ ਤੇ ਸੁੱਖਾ ਕੱਕੜ, ਇਹ ਸਭ ਨੇ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੇਕਿਨ ਇਸ ਚੀਜ਼ ਦੀ ਕੋਈ ਤਸਦੀਕ ਆਪਾਂ ਉਸ ਲੈਵਲ ਤੇ ਹੁੰਦੀ ਹੋਈ ਨਹੀਂ ਵੇਖੀ ਕਈ ਸਾਲਾਂ ਦੇ ਦੌਰਾਨ। ਲੇਕਿਨ ਕੁਝ ਸਾਲਾਂ ਬਾਅਦ ਇਸ ਪੂਰੀ ਗੱਲਬਾਤ ਨੂੰ ਵੈਰੀਫਾਈ ਕਰਨ ਲਈ ਸੁਖਦੀਪ ਸਿੱਧੂ ਨਾਂ ਦੇ ਇੱਕ ਹੋਰ ਪੱਤਰਕਾਰ ਜੋ ਕਿ ਅੰਮ੍ਰਿਤਸਰ ਬੇਸਡ ਜਰਨਲਿਸਟ ਰਹੇ ਹੈਗੇ ਨੇ, ਉਹ ਕੁਝ ਹੋਰ ਸੀਨੀਅਰ ਪੱਤਰਕਾਰਾਂ ਦੇ ਨਾਲ ਉਹਨਾਂ ਨੂੰ ਇਸ ਚੀਜ਼ ਦਾ ਜਦੋਂ ਜਾਣਕਾਰੀ ਮਿਲਦੀ ਹੈ ਵੀ ਮੈਂ ਹੁਣ ਤੋਂ ਤਕਰੀਬਨ 2-3 ਸਾਲ ਪਹਿਲਾਂ ਦੀ ਗੱਲ ਕਰ ਰਿਹਾ, ਜਦੋਂ ਇਹ ਜਾਣਕਾਰੀ ਮਿਲਦੀ ਹੈ ਵੀ ਸੁਖਦੇਵ ਸਿੰਘ ਸੁੱਖਾ ਕੱਕੜ ਇੱਕ ਬੰਦਾ ਇਹਨਾਂ 'ਚੋਂ ਹਜੇ ਵੀ ਜਿਉਂਦਾ ਹੈ ਤੇ ਉਹ ਫਲਾਂ ਥਾਂ ਤੇ ਹੈ ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ, ਉੱਥੇ ਰਹਿੰਦਾ ਹੈ। ਇਹ ਲੋਕ ਉਸ ਕੋਲ ਜਾਂਦੇ ਨੇ ਤੇ ਸੁਖਦੇਵ ਸਿੰਘ ਸੁੱਖਾ ਕੱਕੜ ਵੱਲੋਂ ਉਸ ਵਰਜ਼ਨ ਨੂੰ ਰੈਟੀਫਾਈ ਕੀਤਾ ਜਾਂਦਾ ਹੈ, ਯਾਨੀ ਕਿ ਉਸ ਵਰਜ਼ਨ ਦੀ ਤਸਦੀਕ ਕੀਤੀ ਜਾਂਦੀ ਹੈ ਜੋ ਕਿ ਸੁਖਵਿੰਦਰ ਸਿੰਘ ਕਾਕਾ ਦੱਸ ਰਿਹਾ ਹੈ।
ਹੁਣ ਇਹ ਚੀਜ਼ ਕੈਮਰੇ ਤੇ ਤਾਂ ਰਿਕਾਰਡ ਨਹੀਂ ਹੋ ਪਾਈ, ਨਾ ਹੀ ਇਸ ਦਾ ਕੋਈ ਆਡੀਓ ਸ਼ਾਇਦ ਅਵੇਲੇਬਲ ਹੈ, ਲੇਕਿਨ ਮੇਰੀ ਗੱਲ ਸੁਖਦੀਪ ਸਿੱਧੂ ਹੋਣਾ ਦੇ ਨਾਲ ਹੁੰਦੀ ਹੈ, ਜੋ ਕਿ ਪੱਤਰਕਾਰ ਹੈਗੇ ਨੇ, ਜੋ ਕਿ ਇੱਕ ਹੋਰ ਬਹੁਤ ਹੀ ਸੀਨੀਅਰ ਜਰਨਲਿਸਟ ਜਗਤਾਰ ਸਿੰਘ, ਜੋ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੋਣਾ ਦੇ ਨਾਲ ਵੀ ਕਾਫੀ ਸਮੇਂ ਤੱਕ ਉਹਨਾਂ ਦੇ ਨਾਲ ਉਹਨਾਂ ਨੇ ਰਿਪੋਰਟਿੰਗ ਕੀਤੀ, ਕਈ ਇੰਟਰਵਿਊਜ਼ ਉਹਨਾਂ ਵੱਲੋਂ ਕੀਤੇ ਗਏ। ਇਹ ਵੀ ਦੱਸਿਆ ਜਾਂਦਾ ਵੀ ਢਿਲਵਾਂ ਕਾਂਡ ਤੋਂ ਇੱਕ ਦਿਨ ਬਾਅਦ ਵੀ ਜਗਤਾਰ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਹਨਾਂ ਨੂੰ ਮਿਲਦੇ ਹੈਗੇ ਨੇ, ਇਸ ਗੱਲਬਾਤ ਦੇ ਉੱਤੇ ਵੀ ਉਹਨਾਂ ਦਾ ਜਿਹੜਾ ਪ੍ਰਤੀਕਰਮ ਹੈ ਉਹ ਲੈਂਦੇ ਹੈਗੇ ਨੇ। ਸੋ ਇਹ ਸਾਰੀਆਂ ਗੱਲਾਂ ਬਾਤਾਂ ਦੇ ਚੱਲਦਿਆਂ ਇਹ ਸਾਰੇ ਪੱਤਰਕਾਰਾਂ ਨੇ ਸੁਖਦੇਵ ਸਿੰਘ ਸੁੱਖਾ ਕੱਕੜ ਦੇ ਨਾਲ ਗੱਲਬਾਤ ਕੀਤੀ, ਤੇ ਸੁਖਦੇਵ ਸਿੰਘ ਸੁੱਖਾ ਕੱਕੜ ਜੋ ਕਿ ਅੱਜ ਜਿਉਂਦੇ ਨਹੀਂ ਹੈਗੇ ਨੇ, ਹੁਣ ਤੋਂ ਕੁਝ ਸਮਾਂ ਪਹਿਲਾਂ, ਕੁਝ ਮਹੀਨੇ ਪਹਿਲਾਂ ਸ਼ਾਇਦ ਉਹਨਾਂ ਦੀ ਮੌਤ ਹੋਈ ਹੈ। ਸੁਖਦੇਵ ਸਿੰਘ ਸੁੱਖਾ ਕੱਕੜ ਇਹ ਪੱਤਰਕਾਰਾਂ ਨੂੰ ਪੂਰਾ ਵੇਰਵਾ ਦਿੰਦੇ ਨੇ ਢਿਲਵਾਂ ਦੇ ਉਸ ਬੱਸ ਹਮਲੇ ਦਾ, ਜਿਸ ਵਿੱਚ ਕਿ 6 ਹਿੰਦੂਆਂ ਨੂੰ ਮਾਰਤਾ ਗਿਆ ਸੀ। ਸੁਖਦੇਵ ਸੁੱਖਾ ਕੱਕੜ ਦਾ ਜਿਹੜਾ ਅਕਾਊਂਟ ਹੈ ਉਹ ਤਸਦੀਕ ਕਰਦਾ ਹੈ ਸੁਖਵਿੰਦਰ ਸਿੰਘ ਕਾਕੇ ਦੇ ਉਸ ਵਰਜਨ ਦੀ, ਜਿਸ ਵਿੱਚ ਕਿ ਜਿਹੜਾ ਇੱਕ ਨਾਮ ਦਾ ਗੈਪ ਆ ਰਿਹਾ ਹੈ ਉਹ ਹੈ ਬਚਨ ਸਿੰਘ ਤੋਤੀ, ਜੋ ਕਿ ਸੁੱਖਾ ਕੱਕੜ ਦਾ ਆਪਣਾ ਇੱਕ ਨੌਕਰ ਸੀ। ਬਚਨ ਸਿੰਘ ਤੋਤੀ ਨੂੰ ਵੀ ਬਾਅਦ ਦੇ ਵਿੱਚ ਅਕਾਲ ਤਖਤ ਦੇ ਆਸ-ਪਾਸ ਹੀ ਉਸ ਦਾ ਵੀ ਕਤਲ ਕੀਤਾ ਜਾਂਦਾ ਹੈ। ਉਸ ਦੀ ਵੀ ਇੱਕ ਲੰਬੀ ਚੌੜੀ ਕਹਾਣੀ ਹੈ, ਕਿਉਂਕਿ ਸੁਰਿੰਦਰ ਸੋਢੀ ਜਦੋਂ ਮਾਰਤਾ ਜਾਂਦਾ ਹੈ, ਸੁਰਿੰਦਰ ਸੋਢੀ ਨੂੰ ਇੱਕ ਸ਼ਿੰਦਾ ਨਾਂ ਦਾ ਇੱਕ ਹੋਰ ਐਲੀਮੈਂਟ ਹੁੰਦਾ ਹੈ, ਇੱਕ ਹੋਰ ਕ੍ਰਿਮੀਨਲ ਬੇਸਿਕਲੀ ਹੁੰਦਾ ਹੈ, ਜੋ ਕਿ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਬਾਹਰ ਇੱਕ ਹੋਟਲ ਦੇ ਵਿੱਚ ਗੋਲੀ ਮਾਰ ਦਿੰਦਾ ਹੈ। ਇੱਕ ਪੂਰਾ ਵੱਡਾ ਇੱਕ ਘਟਨਾਕ੍ਰਮ ਸੀ ਜੋ ਕਿ ਚਰਚਾਵਾਂ ਦੇ ਵਿੱਚ ਰਿਹਾ। ਸੁਰਿੰਦਰ ਸਿੰਘ ਸੋਢੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੋਣਾ ਦੇ ਨਾਲ ਖਾਸ ਸ਼ਖਸ ਸੀ। ਸੋ ਉਸ ਦੀ ਮੌਤ ਤੋਂ ਬਾਅਦ ਇੱਕ ਮਹਿਲਾ ਬਲਜੀਤ ਕੌਰ, ਜਿਸ ਨੂੰ ਕਿ ਕਾਫੀ ਟੌਰਚਰ ਕਰਕੇ ਉਸ ਵਕਤ ਮਾਰਿਆ ਗਿਆ ਸੀ, ਉਸ ਦੇ ਨਾਲ ਹੀ ਬਚਨ ਸਿੰਘ ਤੋਤੀ ਜੋ ਕਿ ਉਸ ਮਹਿਲਾ ਦੇ ਨਾਲ ਮੌਜੂਦ ਸੀ। ਇਸ ਸ਼ੱਕ ਦੇ ਵਿੱਚ ਵੀ ਇਹ ਦੋਨਾਂ ਲੋਕਾਂ ਨੇ ਸੁਰਿੰਦਰ ਸੋਢੀ ਨੂੰ ਮਰਵਾਇਆ ਹੈ। ਇਸ ਚੱਕਰ ਦੇ ਵਿੱਚ ਇਹ ਦੋਵਾਂ ਨੂੰ ਵੀ ਬਹੁਤ ਬੁਰੀ ਤਰ੍ਹਾਂ ਮਾਰਤਾ ਗਿਆ ਸੀ। ਸੋ ਬਚਨ ਸਿੰਘ ਤੋਤੀ ਨੌਕਰ ਸੀ ਸੁਖਦੇਵ ਸੁੱਖਾ ਕੱਕੜ ਦਾ, ਤੇ ਸੁਖਦੇਵ ਸੁੱਖਾ ਕੱਕੜ ਵੱਲੋਂ ਪੱਤਰਕਾਰਾਂ ਕੋਲ ਅੱਜ ਤੋਂ ਕੁਝ ਸਾਲ ਪਹਿਲਾਂ ਇਸ ਚੀਜ਼ ਦੀ ਤਸਦੀਕ ਕੀਤੀ ਗਈ ਵੀ ਢਿਲਵਾਂ ਦੀ ਉਸ ਵਾਰਦਾਤ ਦੇ ਵਿੱਚ ਜਿਹੜੇ ਲੋਕ ਇਨਵੋਲਵ ਸਨ, ਉਸ ਦੇ ਵਿੱਚ ਸੁਖਦੇਵ ਸਿੰਘ ਸੁੱਖਾ ਸਿਪਾਹੀ ਉਰਫ ਜਨਰਲ ਲਾਭ ਸਿੰਘ ਸ਼ਾਮਲ ਸੀ, ਸੁਰਿੰਦਰ ਸਿੰਘ ਸੋਢੀ, ਸਵਿੰਦਰ ਦੋਦੀ ਤੇ ਉਸ ਦੇ ਨਾਲ ਖੁਦ ਸੁਖਦੇਵ ਸੁੱਖਾ ਕੱਕੜ। ਪੱਤਰਕਾਰਾਂ ਵੱਲੋਂ ਉਸ ਤੋਂ ਇਹ ਵੀ ਪੁੱਛਿਆ ਗਿਆ ਵੀ ਕੀ ਤੁਹਾਨੂੰ ਇਸ ਵਾਰਦਾਤ ਤੋਂ ਬਾਅਦ ਤੁਸੀਂ ਕੀ ਕੀਤਾ। ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਵੇਰੇ ਲਿਆ ਕੇ ਉਹਨਾਂ ਨੇ ਰਾਤ ਨੂੰ ਜਿਹੜੀ ਬੱਸ ਸੀ ਉਸ ਨੂੰ ਖੜਾ ਕਰਤਾ ਅੰਮ੍ਰਿਤਸਰ ਦੇ ਵਿੱਚ, ਤੇ ਉਸ ਤੋਂ ਬਾਅਦ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅੰਦਰ ਚਲੇ ਗਏ। ਜੋ ਉਹਨਾਂ ਦੇ ਠਿਕਾਣੇ ਸਨ ਉੱਥੇ ਜਾ ਕੇ ਸੌਂ ਗਏ। ਉਹਨਾਂ ਨੂੰ ਕੋਈ ਇਸ ਚੀਜ਼ ਦਾ ਪਛਤਾਤਾਪ ਨਹੀਂ ਸੀ, ਤੇ ਇਸ ਪੂਰੀ ਵਾਰਦਾਤ ਨੂੰ ਉਹਨਾਂ ਨੇ ਖੁਦ ਅੰਜਾਮ ਦਿੱਤਾ ਸੀ। ਸੋ ਇਸ ਅਕਾਊਂਟ ਨੇ ਕਾਫੀ ਹੱਦ ਤੱਕ ਤਸਦੀਕ ਕੀਤੀ ਹੈ ਸੁਖਵਿੰਦਰ ਕਾਕਾ ਉਰਫ ਜਨਰਲ ਦਇਆਲ ਸਿੰਘ ਦੀ, ਇੰਡੀਅਨ ਲਾਇਨਸ ਦਾ ਜਿਹੜਾ ਮੁਖੀ ਸੀ, ਉਸ ਦੇ ਉਸ ਵਰਜਨ ਦੀ, ਜਿਸ ਦੇ ਤਹਿਤ ਕਿ ਇਸ ਢਿਲਵਾਂ ਬੱਸ ਹਮਲੇ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਕਾਫੀ ਹੱਦ ਤੱਕ ਕੁਝ ਐਸੇ ਲੋਕਾਂ ਤੇ ਆਉਂਦੀ ਹੈ। ਹੁਣ ਉਹਨਾਂ ਨੂੰ ਅੱਗਿਓਂ ਕਿੱਥੋਂ ਇਹ ਹਦਾਇਤ ਮਿਲੀ ਸੀ, ਅੱਗਿਓਂ ਕਿੱਥੋਂ ਇਹ ਨਿਰਦੇਸ਼ ਮਿਲਿਆ ਸੀ, ਇਹ ਆਰਡਰ ਕਿਸ ਵੱਲੋਂ ਆਇਆ, ਇਹ ਉਤਲਾ ਆਰਡਰ ਸੀ, ਇਸ ਦੇ ਵਿੱਚ ਕੀ ਕਿਸੇ ਫਿਰਕੇ ਵਿਸ਼ੇਸ਼ ਨੂੰ ਟਾਰਗੇਟ ਕੀਤੇ ਜਾਣ ਦਾ ਕੋਈ ਐਸਾ ਮਨੋਰਥ ਸੀ ਜਾਂ ਨਹੀਂ ਸੀ, ਇਹ ਸਾਰੀਆਂ ਚੀਜ਼ਾਂ ਦੇ ਬਾਰੇ ਪੱਕੇ ਤੌਰ ਤੇ ਸਪਸ਼ਟ ਤੌਰ ਤੇ ਨਹੀਂ ਦੱਸਿਆ ਜਾ ਸਕਦਾ, ਕਿਉਂਕਿ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਪੜਤਾਲ ਹੈ ਉਹ ਕਦੇ ਵੀ ਮੁਕੰਮਲ ਨਹੀਂ ਹੋ ਪਾਈ, ਉਹ ਕਿਸੇ ਵੀ ਸਿੱਟੇ ਤੇ ਪਹੁੰਚ ਹੀ ਨਹੀਂ ਪਾਈ। ਲੇਕਿਨ ਇਹ ਬਹੁਤ ਵੱਡਾ ਕਾਂਡ ਸੀ, ਇੱਕ ਬਹੁਤ ਵੱਡੀ ਵਾਰਦਾਤ ਸੀ, ਇੱਕ ਸਰਕਾਰ ਨੂੰ ਢਾਣ ਵਾਲੀ ਇੱਕ ਵਾਰਦਾਤ ਸੀ, ਜਿਸ ਤੋਂ ਬਾਅਦ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੁੰਦਾ ਤੇ ਉਸ ਤੋਂ ਬਾਅਦ ਫਿਰ ਕੁਝ ਹੀ ਮਹੀਨਿਆਂ ਬਾਅਦ ਸਾਕਾ ਨਹੀਂ ਲਾਤਾ ਆਪਰੇਸ਼ਨ ਬਲੂ ਸਟਾਰ ਜਿਹੜਾ ਹੈ, ਕਿਉਂਕਿ ਉਸ ਤੋਂ ਬਾਅਦ ਵੀ ਬਹੁਤ ਸੀ ਐਸੀ ਟਾਰਗੇਟਡ ਕਿਲਿੰਗਸ ਹੁੰਦੀਆਂ ਰਹੀਆਂ। ਇਹ ਦੱਸਦੇ ਵੀ ਉਹ ਦਿਨਾਂ ਦੇ ਵਿੱਚ ਅਜਿਹੀਆਂ ਕੋਈ ਵੀ ਖਾੜਕੂ ਜਥੇਬੰਦੀਆਂ ਨਹੀਂ ਹੁੰਦੀਆਂ ਸਨ, ਯਾਨੀ ਕਿ ਉਹਨਾਂ ਨਾਂ ਤੋਂ, ਉਹਨਾਂ ਨੋਮਨਕਲੇਚਰਸ ਤੋਂ, ਜਿਵੇਂ ਕਿ ਬਾਅਦ ਦੇ ਵਿੱਚ ਖਾਲਿਸਤਾਨ ਕਮਾਂਡੋ ਫੋਰਸ ਬਣੀ, ਕਿਉਂਕਿ 1984 ਦਾ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ 1985-86 ਦੇ ਵਿੱਚ ਜਾ ਕੇ KCF ਬਣਦੀ ਹੈ। ਮਨਵੀਰ ਸਿੰਘ ਚਹੇੜੂ ਦੇ ਮੁਖੀ ਹੁੰਦੇ ਨੇ KCF ਦੇ। ਬਾਅਦ ਦੇ ਵਿੱਚ ਮਨਵੀਰ ਸਿੰਘ ਚਹੇੜੂ ਦੀ ਮੌਤ ਤੋਂ ਬਾਅਦ ਜਨਰਲ ਲਾਭ ਸਿੰਘ KCF ਦੇ ਜਿਹੜੇ ਮੁਖੀ ਹੁੰਦੇ ਨੇ, ਜਿਸ ਤੋਂ ਬਾਅਦ ਕਿ ਉਹਨਾਂ ਵੱਲੋਂ ਕਈ ਵਾਰਦਾਤਾਂ ਜਿਨ੍ਹਾਂ ਦਾ ਮੈਂ ਜ਼ਿਕਰ ਪਹਿਲਾਂ ਵੀ ਕੀਤਾ, ਲੁਧਿਆਣਾ ਬੈਂਕ ਰੋਬਰੀ ਹੈ, ਉਸ ਤੋਂ ਬਾਅਦ ਜਿਹੜੇ ਹਿੰਦ ਸਮਾਚਾਰ ਦੇ ਜਿਹੜੇ ਸੰਪਾਦਕ ਰਮੇਸ਼ ਚੰਦਰ ਹੁੰਦੇ ਨੇ ਉਹਨਾਂ ਦੀ ਹੱਤਿਆਕਾਂਡ ਹੈ, ਜਾਂ ਹੋਰ ਬਹੁਤ ਸੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਲੇਕਿਨ 1984 ਤੋਂ ਪਹਿਲਾਂ 1983 ਦੇ ਵਕਤ ਜਦੋਂ ਕਿ ਇਹ ਵਾਰਦਾਤਾਂ ਨੇ, ਇਹ ਸਾਰੀਆਂ ਜਥੇਬੰਦੀਆਂ ਨਹੀਂ ਹੋਇਆ ਕਰਦੀਆਂ ਸਨ। ਉਸ ਵਕਤ ਇਹੀ ਲੋਕ ਜੋ ਕਿ ਖਾਸ ਹੋਇਆ ਕਰਦੇ ਸਨ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੋਣਾ ਦੇ ਆਸ-ਪਾਸ ਹੋਇਆ ਕਰਦੇ ਸਨ, ਇਹਨਾਂ ਦੇ ਕਾਫੀ ਵੱਡੇ ਲੈਵਲ ਤੇ ਇੱਕ ਰੁਤਬਾ ਵੀ ਹੁੰਦਾ ਸੀ ਤੇ ਇਹਨਾਂ ਦੀ ਗੱਲਬਾਤ ਬਹੁਤ ਪ੍ਰਭਾਵਸ਼ਾਲੀ ਹੋਇਆ ਕਰਦੀ ਸੀ। ਇਹ ਦੱਸਦੇ ਵੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਜਿਸ ਦਾ ਕਾਫੀ ਹੱਦ ਤੱਕ ਸਮਰਥਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਉਹਨਾਂ ਦੀ ਜਥੇਬੰਦੀ ਨੂੰ ਦਮਦਮੀ ਟਕਸਾਲ ਨੂੰ ਸੀ, ਉਸ ਦੇ ਜਿਹੜੇ ਮੁਖੀ ਸਨ ਉਹ ਹਰਮਿੰਦਰ ਸੰਧੂ ਸਨ। ਸੋ ਹਰਮਿੰਦਰ ਸੰਧੂ, ਜਨਰਲ ਲਾਭ ਸਿੰਘ, ਸੁਰਿੰਦਰ ਸਿੰਘ ਸੋਢੀ, ਇਸ ਦੇ ਨਾਲ ਹੀ ਰਜਿੰਦਰ ਮਹਿਤਾ, ਉਹ ਵੀ ਫੈਡਰੇਸ਼ਨ ਦੇ ਲੀਡਰ ਸਨ। ਇਹ ਕੁਝ ਬਹੁਤ ਹੀ ਕਰੀਬੀ ਲੀਡਰਾਂ ਵਿੱਚੋਂ ਮੰਨੇ ਜਾਂਦੇ ਸਨ ਤੇ ਜ਼ਿਆਦਾਤਰ ਜਿਹੜੇ ਐਕਸ਼ਨ ਹੁੰਦੇ ਸਨ ਜਾਂ ਬਹੁਤ ਸੀਆਂ ਐਸੀਆਂ ਵਾਰਦਾਤਾਂ, ਉਹਨਾਂ ਦਾ ਜਿਹੜਾ ਆਰਡਰ ਹੁੰਦਾ ਸੀ ਉਹ ਇਹੀ ਲੋਕ, ਇਹੀ ਫੈਸਲੇ ਲਿਆ ਕਰਦੇ ਸਨ। ਸੋ ਢਿਲਵਾਂ ਦੀ ਇਹ ਵਾਰਦਾਤ ਦੇ ਵਿੱਚ ਕੀ ਇਹ ਲੋਕਾਂ ਦੀ ਭੂਮਿਕਾ ਸੀ ਜਾਂ ਨਹੀਂ ਸੀ, ਉਸ ਦੇ ਬਾਰੇ ਦੋ ਅਜੇ ਤੱਕ ਐਸੇ ਲੋਕ ਸਾਹਮਣੇ ਆਏ ਨੇ, ਦੋ ਐਸੀਆਂ ਗਵਾਹੀਆਂ ਹੈਗੀਆਂ ਨੇ ਜਾਂ ਦੋ ਅਜਿਹੇ ਅਕਾਊਂਟਸ ਹੈਗੇ ਨੇ
ਜੋ ਕਿ ਇਸ ਚੀਜ਼ ਦੀ ਤਸਦੀਕ ਕਰਦੇ ਹੈਗੇ ਨੇ ਵੀ ਇਹ ਵਾਰਦਾਤ ਇੱਕ ਖਾੜਕੂ ਜਥੇਬੰਦੀ ਜਾਂ ਕੁਝ ਖਾੜਕੂਆਂ ਵੱਲੋਂ ਅੰਜਾਮ ਦਿੱਤੀ ਗਈ ਵਾਰਦਾਤ ਸੀ। ਲੇਕਿਨ ਇਹ ਚੀਜ਼ ਨੂੰ ਵਿਦ ਅ ਪਿੰਚ ਆਫ ਸਾਲਟ ਲੈਣਾ ਪਏਗਾ। ਕਿਸ ਹੱਦ ਤੱਕ ਰਿਲਾਈ ਕੀਤਾ ਜਾ ਸਕਦਾ ਹੈ ਸੁਖਵਿੰਦਰ ਸਿੰਘ ਕਾਕਾ ਤੇ ਚੰਨਲ ਦਿਆਲ ਤੇ, ਜੋ ਕਿ ਪੁਲਿਸ ਲਈ ਹੀ ਕੰਮ ਕਰਦਾ ਰਿਹਾ, ਬਾਅਦ ਦੇ ਵਿੱਚ ਕਈ ਸਾਲਾਂ ਵਿੱਚ ਉਸਨੇ ਪੁਲਿਸ ਲਈ ਕੰਮ ਕੀਤਾ। ਉਸ ਦੀ ਕਹਾਣੀ ਨੂੰ ਵੀ ਆਪਾਂ ਥੋੜਾ ਜਿਹਾ ਹੋਰ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਆਪਾਂ ਥੋੜਾ ਜਿਹਾ ਸਮਝ ਸਕੀਏ ਵੀ ਜਨਰਲ ਦਿਆਲ ਕੀ ਫਿਨੋਮੀਨਨ ਸੀ, ਕਿਉਂਕਿ ਕੋਈ ਵੀ ਕੈਟ ਉਸ ਪ੍ਰਮੁੱਖਤਾ ਦੇ ਨਾਲ ਸਾਹਮਣੇ ਨਹੀਂ ਉੱਭਰਿਆ ਜਿੰਨਾ ਪ੍ਰਮੁੱਖਤਾ ਦੇ ਨਾਲ ਜਨਰਲ ਦਿਆਲ ਉੱਭਰਿਆ ਹੈ, ਯਾਨੀ ਕਿ ਸੁਖਵਿੰਦਰ ਕਾਕਾ ਉੱਭਰਿਆ ਹੈ, ਜਿਸਨੇ ਕਿ ਢਿਲਵਾਂ ਬਾਰੇ ਐਡਾ ਵੱਡਾ ਜਿਹੜਾ ਖੁਲਾਸਾ ਅੱਜ ਤੋਂ ਕੁਝ ਸਾਲ ਪਹਿਲਾਂ ਕੀਤਾ ਸੀ। ਬਾਅਦ ਦੇ ਵਿੱਚ ਇਸ ਦੀ ਤਸਦੀਕ ਖੁਦ ਇੱਕ ਹਮਲਾਵਰ ਸੁਖਦੇਵ ਸਿੰਘ ਸੁੱਖਾ ਕੱਕੜ ਨੇ ਕੀਤੀ। ਸੋ ਇਹ ਸਾਰੀਆਂ ਗੱਲਾਂ ਬਾਤਾਂ ਵਿੱਚ ਨੇ। ਢਿਲਵਾਂ ਕਾਂਡ ਬਾਰੇ ਇਹ ਜਾਣਕਾਰੀ ਸੀ ਅਤੇ ਸਭ ਤੋਂ ਅਹਿਮ ਗੱਲਬਾਤ ਜਿਹਦਾ ਸ਼ਾਇਦ ਜ਼ਿਕਰ ਮੈਂ ਪਹਿਲਾਂ ਨਹੀਂ ਕਰ ਪਾਇਆ ਉਹ ਇਹ ਸੀ ਵੀ ਸੁਖਦੇਵ ਸਿੰਘ ਸੁੱਖਾ ਕੱਕੜ ਨੇ ਜਦੋਂ ਇਹ ਪੱਤਰਕਾਰਾਂ ਨਾਲ ਕੁਝ ਸਾਲ ਪਹਿਲਾਂ ਮੁਲਾਕਾਤ ਹੁੰਦੀ ਹੈ, ਉਸ ਵਕਤ ਇਸ ਚੀਜ਼ ਦੀ ਤਸਦੀਕ ਕੀਤੀ ਉਸ ਮਹਿਲਾ ਕੌਸ਼ਲਿਆ ਰਾਣੀ ਤੇ ਉਸਦਾ ਬੇਟਾ ਵਿਜੇ, ਕਿਉਂਕਿ ਇਹ ਬਿਆਨ 1983 ਦੇ ਵਿੱਚ ਜਦੋਂ ਇਹ ਘਟਨਾ ਹੋ ਜਾਂਦੀ ਹੈ, ਅਕਤੂਬਰ ਦੇ ਵਿੱਚ ਹੀ ਅਖਬਾਰਾਂ ਦੇ ਵਿੱਚ ਹੱਡਬੀਤੀ ਜਦੋਂ ਕੌਸ਼ਲਿਆ ਰਾਣੀ ਤੇ ਵਿਜੇ ਆਪਣੀ ਸੁਣਾਉਂਦੇ ਨੇ, ਉਸ ਦੌਰਾਨ ਉਹ ਜ਼ਿਕਰ ਕਰਦੇ ਨੇ। ਸੁਖਦੇਵ ਸਿੰਘ ਸੁੱਖਾ ਕੱਕੜ ਨੇ ਕੁਝ ਸਾਲ ਪਹਿਲਾਂ ਆਪਣੇ ਇਸ ਬਿਆਨ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਵਿੱਚ ਇਸ ਗੱਲ ਦੀ ਤਸਦੀਕ ਕੀਤੀ ਕਿ ਉਹ ਨੌਜਵਾਨ ਜਿਸ ਦੀ ਕਿ ਮਾਂ ਕੌਸ਼ਲਿਆ ਰਾਣੀ ਸੀ, ਵਿਜੇ ਉਸ ਨੌਜਵਾਨ ਦਾ ਨਾਂ ਸੀ ਜਿਹਦਾ ਜ਼ਿਕਰ ਮੈਂ ਪਹਿਲਾਂ ਰਿਪੋਰਟ ਵਿੱਚ ਕੀਤਾ, ਜਿਸ ਨੂੰ ਕਿ ਤਕਰੀਬਨ 3 ਵਾਰ ਬੱਸ 'ਚੋਂ ਉਤਾਰਿਆ ਗਿਆ ਤੇ ਫਿਰ ਉਸ ਨੂੰ ਵਾਪਸ ਬਿਠਾਇਆ ਗਿਆ। ਉਹ ਸ਼ਖਸ ਜਿਸਨੇ ਕਿ ਉਸ ਮਹਿਲਾ ਦੇ ਨਾਲ ਵਾਅਦਾ ਕੀਤਾ ਸੀ ਵੀ ਤੇਰੇ ਮੁੰਡੇ ਨੂੰ ਮੈਂ ਮਰਨ ਨਹੀਂ ਦਿੰਦਾ, ਇਸ ਨੂੰ ਮੈਂ ਬਚਾ ਲਵਾਂਗਾ, ਤੇ ਉਸ ਨੂੰ ਬਚਾਉਣ ਵਿੱਚ ਉਹ ਕਾਮਯਾਬ ਵੀ ਹੋਇਆ, ਉਹ ਸ਼ਖਸ ਖੁਦ ਸੁਖਦੇਵ ਸਿੰਘ ਸੁੱਖਾ ਕੱਕੜ ਸੀ। ਸੋ ਸੁਖਦੇਵ ਸਿੰਘ ਸੁੱਖਾ ਕੱਕੜ ਖੁਦ ਇਸ ਗੱਲਬਾਤ ਨੂੰ ਦੱਸਦਾ ਹੈ ਤੇ ਇਸ ਦੇ ਨਾਲ ਹੋਰ ਵੀ ਕਈ ਖੁਲਾਸੇ ਇਹਨਾਂ ਪੱਤਰਕਾਰਾਂ ਕੋਲ ਕਰਦਾ ਹੈ। ਹੋਰ ਵੀ ਇੱਕ ਜਿਹੜੇ ਆਥਰ ਉਸ ਵਕਤ ਰਹੇ ਸਨ, ਇੱਕ ਲੇਖਕ ਰਹੇ ਸਨ ਸੁਮੀਤ ਸਿੰਘ, ਜੋ ਕਿ ਵੈਸੇ ਤਾਂ ਇੱਕ ਸਿੱਖ ਸਨ, ਲੇਕਿਨ ਕਿਉਂਕਿ ਉਹਨਾਂ ਨੇ ਕੇਸ ਕਟਾਏ ਹੋਏ ਸਨ, ਉਹਨਾਂ ਨੂੰ ਹਿੰਦੂ ਸਮਝ ਕੇ ਬਾਅਦ ਦੇ ਵਿੱਚ ਇੱਕ ਟਾਰਗੇਟਡ ਕਿਲਿੰਗ ਦੇ ਤਹਿਤ ਹੀ ਮਾਰਿਆ ਗਿਆ। ਤਾਂ ਉਸ ਲਈ ਉਸ ਦੇ ਪ੍ਰਤੀ ਅਫਸੋਸ ਦਾ ਜਿਹੜਾ ਇਜ਼ਹਾਰ ਹੈ ਉਹ ਵੀ ਸੁੱਖਾ ਕੱਕੜ ਇਹਨਾਂ ਪੱਤਰਕਾਰਾਂ ਕੋਲ ਕਰਦਾ ਹੈ। ਸੋ ਉਹ ਜਿਹੜੀ ਇੱਕ ਗੁੱਥੀ ਸੀ, ਕਾਫੀ ਹੱਦ ਤੱਕ ਢਿਲਵਾਂ ਦੀ ਕਈ ਗੱਲਾਂ ਦੀ ਤਸਦੀਕ ਉੱਥੇ ਹੋ ਜਾਂਦੀ ਹੈ, ਜਦੋਂ ਕਿ ਉਸ ਅਕਾਊਂਟ ਜੋ ਕਿ ਉਹਨਾਂ ਦਿਨਾਂ 'ਚ ਅਖਬਾਰਾਂ ਛਪਿਆ, ਹੱਡਬੀਤੀ ਸੀ, ਉਹ ਸਾਰੀਆਂ ਚੀਜ਼ਾਂ ਮੈਚ ਹੁੰਦੀਆਂ ਨੇ। ਤੇ ਕਈ ਸਾਲਾਂ ਬਾਅਦ ਜਦੋਂ ਪੱਤਰਕਾਰ ਸੁਖਦੇਵ ਸਿੰਘ ਸੁੱਖਾ ਕੱਕੜ ਨੂੰ ਲੱਭਦੇ ਨੇ, ਉਹ ਸਾਰੀਆਂ ਗੱਲਾਂ ਦੀ ਮਿੰਟ ਟੂ ਮਿੰਟ ਡਿਟੇਲ ਦੀ ਤਸਦੀਕ ਕਰਦਾ ਹੈ। ਸੋ ਢਿਲਵਾਂ ਬੱਸ ਹਾਦਸਾ, ਢਿਲਵਾਂ ਬੱਸ ਮੈਸੇਕਰ ਜਿਸ ਨੂੰ ਕਿਹਾ ਜਾਂਦਾ ਹੈ, ਉਹ ਆਪਣੇ ਆਪ ਵਿੱਚ ਬਹੁਤ ਵੱਡੀ ਇੱਕ ਟ੍ਰੈਜੇਡੀ ਸੀ, ਇੱਕ ਆਪਣੇ ਆਪ ਦਾ ਟਰਨਿੰਗ ਪੁਆਇੰਟ ਸੀ। ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਲਾਗੂ ਹੋਣ ਦਾ ਇੱਕ ਫੌਰੀ ਕਾਰਨ ਸੀ, ਹਾਲਾਂਕਿ ਕਾਰਨ ਤਾਂ ਕਈ ਸਨ, ਲੇਕਿਨ ਇਸ ਘਟਨਾ ਨੇ ਇੱਕ ਐਸੇ ਟ੍ਰੈਂਡ ਨੂੰ ਵੀ ਸ਼ੁਰੂ ਕੀਤਾ ਜਿਸ ਨੇ ਆਉਣ ਵਾਲੇ ਕੁਝ ਮਹੀਨਿਆਂ ਤੇ ਕੁਝ ਸਾਲਾਂ ਵਿੱਚ ਉਹਨਾਂ ਟਾਰਗੇਟਡ ਕਿਲਿੰਗਸ ਦੀ ਸ਼ਕਲ ਲੈਣੀ ਸੀ, ਜੋ ਕਿ ਇੱਕ ਫਿਰਕੇ ਵਿਸ਼ੇਸ਼ ਦੇ ਲੋਕਾਂ ਨੂੰ ਹੀ ਟਾਰਗੇਟ ਕਰਦੀ ਰਹੀ। ਤੇ ਆਪਾਂ ਆਉਣ ਵਾਲੀ ਰਿਪੋਰਟਾਂ ਦੇ ਵਿੱਚ ਵੀ ਸਾਨੂੰ ਮੌਕਾ ਮਿਲੇਗਾ, ਇਸ ਇੱਕ ਹਿੱਟ ਲਿਸਟ ਦੇ ਵਿੱਚ ਵੀ ਆਪਾਂ ਉਹ ਸਾਰੇ ਕੇਸਿਸ ਦੇ ਉੱਤੇ ਜਾਈਏ, ਵੀ ਉਹ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰੀਏ ਕਿ ਅਜਿਹੀਆਂ ਵਾਰਦਾਤਾਂ ਆਖਰ ਕਿਉਂ ਹੋ ਰਹੀਆਂ ਸੀ ਤੇ ਇਹਨਾਂ ਨੂੰ ਕੌਣ ਕਰਵਾ ਰਿਹਾ ਸੀ। ਸੋ ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ। ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਅਜਿਹੀਆਂ ਰਿਪੋਰਟਸ ਲੈ ਕੇ ਫਿਰ ਹਾਜ਼ਰ ਹੋਵਾਂਗੇ।